ਭਗਵੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ ਸ਼੍ਰੀ ਨਾਨਕ ਅੰਗਦ ਗੁਰੂ ਅਮਰਦਾਸ ਭਗਵੰਦ ਰਾਮਦਾਸ ਅਰਜਨ ਗੁਰੂ ਬਾਰ ਸ੍ਰੀ ਹਰਗੋਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਹਰੀ ਰਾਏ ਹਰਿ ਕ੍ਰਿਸ਼ਨ ਗੁਰ ਬਾਰ ਤੇਗ ਬਹਾਦਰ ਚੰਦ ਦਸਵੇਂ ਗੋਬਿੰਦ ਸਿੰਘ ਗੁਰ ਨਮੋ ਚਰਨ ਅਰਬਿੰਦ ਜਿਸ ਮਹਿ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਦੋਂ ਕਰ ਅਨੁਰਾਗ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਸ਼੍ਰੀ ਗੁਰ ਸ਼ਬਦ ਕਮਾਏ ਜਿਨ ਜੀਤੇ ਪੰਚ ਬਿਕਾਰ ਤਿਨ ਸੰਤਨ ਕੋ ਬੰਦਨਾ ਸਿਰ ਚਰਨਨ ਪਰ ਧਾਰ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ ਏਕੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਬਿਘਨ ਵਿਨਾਸ਼ਨ ਸੋਏ। ਧੰਨ ਧੰਨ ਸੱਚੇ ਪਾਤਸ਼ਾਹ ਗਰੀਬ ਨਵਾਜ ਦੀਨ ਦੁਨੀਆ ਦੇ ਮਾਲਕ ਚਬਰ ਛਤਰ ਤਖਤ ਦੇ ਮਾਲਕ ਸਮਰੱਥ ਗੁਰੂ ਪ੍ਰਤੱਖ ਗੁਰੂ ਦੀਨ ਦਿਆਲ ਕਿਰਪਾਲ ਅੰਤਰਜਾਮੀ ਪੂਰਨ ਪਾਰ ਬ੍ਰਹਮ ਪਰਮੇਸ਼ਰ ਵਾਹਿਗੁਰੂ ਅਕਾਲ ਪੁਰਖ ਜੀ ਦਾ ਸਰਗੁਣ ਸਰੂਪ ਦਾਸਾਂ ਗਰੀਬਾਂ ਸਿੱਖਾਂ ਸੇਵਕਾਂ ਦੇ ਉੱਤੇ ਸਦਾ ਹੀ ਕਿਰਪਾ ਕਰਨ ਵਾਲੇ ਦਇਆ ਕਰਨ ਵਾਲੇ ਰਹਿਮਤਾਂ ਕਰਨ ਵਾਲੇ ਬਖਸ਼ਿਸ਼ਾਂ ਕਰਨ ਵਾਲੇ ਧੰਨ ਧੰਨ ਅੰਤਰਜਾਮੀ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਬੜੇ ਹੀ ਪਿਆਰ ਦੇ ਨਾਲ ਸਾਰੀਆਂ ਸੰਗਤਾਂ ਗੁਰੂ ਜੀ ਦੇ ਦਰਸ਼ਨ ਕਰਦਿਆਂ ਹੋਇਆਂ ਦੋਵੇਂ ਹੱਥ ਜੋੜ ਕੇ ਕਹੋ ਜੀ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ। ਆਪ ਜੀ ਨੇ ਗੁਰੂ ਜੀ ਦੀ ਹਾਜ਼ਰੀ ਵਿੱਚ ਬੈਠ ਕੇ ਗੁਰਬਾਣੀ ਜੀ ਦਾ ਕੀਰਤਨ ਸਰਵਣ ਕੀਤਾ। ਭਾਈ ਜਸਬੀਰ ਸਿੰਘ ਜੀ ਆਪ ਜੀ ਨੂੰ ਸ਼ਬਦ ਸਰਵਣ ਕਰਾ ਰਹੇ ਸਨ। ਰਾਖਾ ਏਕ ਹਮਾਰਾ ਸੁਆਮੀ ਸਗਲ ਘਟਾਕਾ ਅੰਤਰਜਾਮੀ। ਬੜੇ ਹੀ ਪਿਆਰ ਦੇ ਨਾਲ ਆਪ ਜੀ ਨੇ ਕੀਰਤਨ ਸਰਵਣ ਕੀਤਾ ਹੈ। ਸਾਰੀਆਂ ਸੰਗਤਾਂ ਦੋਵੇਂ ਹੱਥ ਜੋੜ ਕੇ ਅਦਬ ਸਤਿਕਾਰ ਸਹਿਤ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਲੜੀਵਾਰ ਕਥਾ ਆਪ ਜੀ ਪੰਜਵੇਂ ਗੁਰਦੇਵ ਆਪ ਪ੍ਰਤੱਖ ਰੱਬ ਸ੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੀ ਸਰਵਣ ਕਰ ਰਹੇ ਹੋ। ਜਿਸ ਗੁਰੂ ਜੀ ਦੀ ਕਥਾ ਸੁਣਦੇ ਹੋਈਏ ਜਿਸ ਗੁਰੂ ਜੀ ਦੀ ਕਥਾ ਹੋ ਰਹੀ ਹੋਵੇ ਬਹੁਤ ਭਾਵਨਾ ਬਣਾ ਕੇ ਬੈਠਣਾ ਚਾਹੀਦਾ। ਉਹ ਗੁਰੂ ਜੀ ਆਪ ਹੀ ਸੰਗਤ ਵਿੱਚ ਵਰਤਦੇ ਹਨ ਜੀ। ਆਪ ਜੀ ਗੁਰੂ ਅਰਜਨ ਦੇਵ ਜੀ ਦੀ ਕਥਾ ਸਰਵਣ ਕਰ ਰਹੇ ਹੋ। ਭਾਈ ਬਲਵੰਡ ਰਾਏ ਜੀ ਤੇ ਸੱਤਾ ਜੀ ਹਉਮੈ ਦਾ ਸ਼ਿਕਾਰ ਹੋ ਗਏ ਜੀ। ਹਉਮੈ ਦੇ ਵਿੱਚ ਆ ਕੇ ਸਿੱਖਾਂ ਨੂੰ ਨਾ ਕੀਤੀ ਵੀ ਅਸੀਂ ਰਾਗ ਗਾਉਣ ਨਹੀਂ ਜਾਣਾ ਬਾਣੀ ਗਾਉਣ ਨਹੀਂ ਜਾਣਾ ਜੀ। ਗੁਰੂ ਸਾਹਿਬ ਜੀ ਨੇ ਮਨ ਵਿੱਚ ਵਿਚਾਰਿਆ ਵੀ ਫਿਰ ਵੀ ਗੁਰੂ ਘਰ ਦੇ ਕੀਰਤਨੀਏ ਨੇ ਸੰਗਤ ਇਹਨਾਂ ਦੇ ਮੁਖ ਤੋਂ ਬਾਣੀ ਸੁਣਦੀ ਹੈ ਤੇ ਬਾਣੀ ਸੁਣ ਕੇ ਸੰਗਤ ਦਾ ਭਲਾ ਹੁੰਦਾ ਹੈ। ਇਸ ਕਰਕੇ ਮਹਾਰਾਜ ਨੇ ਫੁਰਨਾ ਬਣਾਇਆ ਸੱਚੇ ਪਾਤਸ਼ਾਹ ਆਪ ਚੱਲ ਕੇ ਸੱਤਾ ਬਲਵੰਡ ਜੀ ਦੇ ਘਰ ਗਏ ਜੀ। ਤੁਸੀਂ ਸੁਣਿਆ
ਜਿੱਥੇ ਭਾਈ ਸ਼ਾਲੋ ਜੀ ਦਾ ਟੋਭਾ ਹੈ, ਉੱਥੇ ਸਾਧ ਸੰਗਤ ਜੀ ਇਹਨਾਂ ਦਾ ਘਰ ਸੀਗਾ ਜੀ, ਉਹਦੇ ਲਾਗੇ ਜੀ। ਗੁਰੂ ਸਾਹਿਬ ਇਹਨਾਂ ਦੇ ਘਰ ਗਏ ਆ, ਇਹਨਾਂ ਨੇ ਉੱਠ ਕੇ ਗੁਰੂ ਜੀ ਦਾ ਸਨਮਾਨ ਨਹੀਂ ਕੀਤਾ, ਬੈਠੇ ਹੀ ਰਹੇ ਜੀ। ਫਿਰ ਵੀ ਮਹਾਰਾਜ ਬੜੇ ਦਿਆਲੂ ਨੇ, ਬੜੇ ਕਿਰਪਾਲੂ ਨੇ। ਗੁਰੂ ਸਾਹਿਬ ਨੇ ਕੋਈ ਗੱਲ ਮਨ ਵਿੱਚ ਹੀ ਨਹੀਂ ਲਿਆਂਦੀ ਵੀ ਇਹਨਾਂ ਨੇ ਉੱਠ ਕੇ ਸਾਡਾ ਸਤਿਕਾਰ ਨਹੀਂ ਕੀਤਾ। ਮਹਾਰਾਜ ਕਹਿਣ ਲੱਗੇ, ਭਾਈ ਕੀ ਗੱਲ ਹੋ ਗਈ, ਕਾਹਦਾ ਰੋਸਾ ਹੋ ਗਿਆ? ਮਹਾਰਾਜ ਕਹਿੰਦੇ, ਮਾਇਆ ਦੀ ਕਾਹਦੀ ਗੱਲ ਹੈਗੀ ਆ, ਮਾਇਆ ਜਿੰਨੀ ਕਹੋ ਉਨੀ ਦੇ ਦਿੰਦੇ ਆ। ਪਰ ਹੰਕਾਰੀ ਪੁਰਸ਼ ਛੇਤੀ ਕਿਸੇ ਦੀ ਗੱਲ ਨਹੀਂ ਸੁਣਦਾ ਹੁੰਦਾ। ਸੱਤਾ ਤੇ ਬਲਵੰਡ ਜੀ ਨੇ ਗੁਰੂ ਸਾਹਿਬ ਨੂੰ ਬਹੁਤ ਬੁਰੇ ਬੁਰੇ ਬੋਲ ਬੋਲੇ ਐ, ਘਰ ਵਿੱਚ ਆਇਆਂ ਦੇ ਬੁਰੇ ਬੋਲ ਬੋਲੇ ਨੇ ਜੀ। ਮਹਾਰਾਜ ਜੀ ਨੇ ਕੁਝ ਨਹੀਂ ਕਿਹਾ ਜੀ। ਬਹੁਤ ਧੀਰਜ ਹੈ, ਬਹੁਤ ਧੀਰਜ ਹੈ। ਸਾਨੂੰ ਕੋਈ ਬੋਲ ਕਬੋਲ ਬੋਲੇ, ਬੰਦੇ ਦੀ ਜਰਨ ਸ਼ਕਤੀ ਦਾ ਪਤਾ ਲੱਗਦਾ ਹੈ, ਕਿੰਨਾ ਕੁ ਇਹਦੀ ਜਰਨ ਸ਼ਕਤੀ ਹੈ ਕੀ ਹੈ ਜੀ। ਜਿਹੜੀ ਜਰਨ ਸ਼ਕਤੀ ਹੈ ਨਾ, ਇਹ ਵੀ ਭਜਨ ਬੰਦਗੀ ਤੋਂ ਬਗੈਰ ਨਹੀਂ ਆਉਂਦੀ ਜੀ। ਪਰ ਸੱਤਾ ਬਲਵੰਡ ਜੀ ਗੁਰੂ ਅਰਜਨ ਸਾਹਿਬ ਜੀ ਦੇ ਬਾਰੇ ਬੋਲਦੇ ਰਹੇ, ਮਹਾਰਾਜ ਨੇ ਕੁਝ ਨਹੀਂ ਕਿਹਾ। ਸੱਤਾ ਬਲਵੰਡ ਜੀ ਨੇ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਬਚਨ ਕਰ ਦਿੱਤਾ। ਜਦੋਂ ਗੁਰੂ ਨਾਨਕ ਸਾਹਿਬ ਜੀ ਦੀ ਸ਼ਾਨ ਦੇ ਖਿਲਾਫ ਬੋਲੇ, ਮਹਾਰਾਜ ਉੱਥੇ ਖਲੋਤੇ ਨਹੀਂ, ਫਿਰ ਬਾਹਰ ਆ ਗਏ। ਆਉਂਦਿਆਂ ਆਉਂਦਿਆਂ ਮਹਾਰਾਜ ਨੇ ਬਚਨ ਕੀਤਾ, ਹੈ ਤੇ ਸੀ ਤੁਸੀਂ ਰਾਗੀ, ਕੀਰਤਨ ਕਰਨ ਵਾਲੇ ਗਵਈਏ, ਪਰ ਹਉਮੈ ਹੋ ਗਈ ਹੈ। ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕੀਤੀ ਹੈ। ਸੱਚੇ ਪਾਤਸ਼ਾਹ ਕਹਿੰਦੇ, ਚੇਤਾ ਰੱਖਿਓ, ਤੁਸੀਂ ਫਿੱਟ ਗਏ ਹੋ, ਤੁਹਾਨੂੰ ਕੋੜ ਹੋਏਗਾ। ਕਹਿਣ ਲੱਗੇ। ਇਹ ਬਚਨ ਕਹਿ ਕੇ ਮਹਾਰਾਜ ਆ ਗਏ। ਦਰਬਾਰ ਸਾਹਿਬ 68 ਤੀਰਥ ਵਾਲੀ ਜਗ੍ਹਾ ਤੇ ਸੱਚੇ ਪਾਤਸ਼ਾਹ ਬੈਠੇ। ਹੁਣ ਕੀਰਤਨ ਤੇ ਹੋਣਾ ਸੀਗਾ ਜੀ, ਕੀਰਤਨ ਦੀ ਮਰਿਆਦਾ ਤੇ ਬੰਦ ਨਹੀਂ ਸੀ ਕਰਨੀ ਜੀ। ਮਹਾਰਾਜ ਨੇ ਫਿਰ ਸਿੱਖਾਂ ਨੂੰ ਆਖਿਆ ਵੀ ਤੁਹਾਡੇ ਵਿੱਚੋਂ ਪ੍ਰੇਮੀ ਉੱਠੋ, ਕੀਰਤਨ ਕਰੋ, ਰਾਗ ਸੁਣਾਓ ਸਾਨੂੰ। ਕਹਿਣ ਲੱਗੇ। ਤੇ ਸੰਗਤ ਜੀ, ਇੱਕ ਪ੍ਰੇਮੀ ਨੇ ਰਬਾਬ ਫੜ ਲਈ, ਇੱਕ ਪ੍ਰੇਮੀ ਨੇ ਦੋ ਧਾਰਾ ਫੜ ਲਿਆ, ਤੇ ਜਦੋਂ ਦੋਵੇਂ ਫੜ ਕੇ ਗਾਉਣ ਲੱਗੇ ਨਾ ਜੀ, ਆਪੇ ਹੀ ਸਾਜ਼ ਸੁਰ ਹੋ ਗਏ ਤੇ ਆਪੇ ਹੀ ਵੱਜਣ ਲੱਗ ਪਏ, ਤੇ ਆਪੇ ਹੀ ਉਹਨਾਂ ਦੇ ਅੰਦਰੋਂ ਆਵਾਜ਼ਾਂ ਨਿਕਲਣ ਲੱਗ ਪਈਆਂ। ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਮਹਾਰਾਜ ਕਹਿਣ ਲੱਗੇ, ਅੱਜ ਤੋਂ ਰਾਗ ਵਿਦਿਆ ਦੀ ਜਿਹੜੀ ਦਾਤ ਹੈ ਉਹ ਅਸੀਂ ਆਪਣੇ ਸਿੱਖਾਂ ਨੂੰ ਬਖਸ਼ਿਸ਼ ਕੀਤੀ। ਕਹਿਣ ਲੱਗੇ। ਇਹ ਵੀ ਤਾਂ ਭਲਾ ਹੀ ਹੋਇਆ ਜੀ। ਜੇ ਸੱਤਾ ਬਲਵੰਡ ਜੀ ਇੰਜ ਨਾ ਕਰਦੇ ਤੇ ਸਿੱਖਾਂ ਕੋਲ ਰਾਗ ਵਿਦਿਆ ਕਿੱਥੋਂ ਆਉਣੀ ਸੀਗੀ ਜੀ। ਹਾਂਜੀ, ਭਾਈ ਮਰਦਾਨਾ ਜੀ ਦਾ ਪਰਿਵਾਰ ਹੈ ਜਿਹੜਾ, ਉਹਨਾਂ ਕੋਲ ਰਾਗ ਵਿਦਿਆ ਸੀਗੀ। ਸਾਧ ਸੰਗਤ ਜੀ, ਕਿਸੇ ਸਿੱਖ ਕੋਲ ਰਾਗ ਵਿਦਿਆ ਨਹੀਂ ਸੀ ਹੈਗੀ ਜੀ। ਮਹਾਰਾਜ ਕਹਿਣ ਲੱਗੇ, ਤੁਸੀਂ ਸਾਡਾ ਬਚਨ ਮੰਨ ਕੇ ਸਾਜ਼ ਫੜ ਲਏ ਤੇ ਗਾਉਣ ਲੱਗ ਪਏ, ਤੁਹਾਨੂੰ ਰਾਗ ਵਿਦਿਆ ਬਖਸ਼ਿਸ਼ ਕਰ ਦਿੱਤੀ। ਉਸ ਦਿਨ ਤੋਂ ਲੈ ਕੇ ਅੱਜ ਤੱਕ ਕੌਮ ਦੇ ਵਿੱਚ ਬੜੇ ਬੜੇ ਵੱਡੇ ਗੰਧਰਵ ਰਾਗੀ ਹੋਏ ਨੇ ਜੀ। ਬਹੁਤ ਬਹੁਤ ਬੜੇ ਵੱਡੇ ਗੰਧਰਵ, ਤੇ ਹੁਣ ਵੀ ਹੈਗੇ ਨੇ ਜੀ, ਹੁਣ ਵੀ ਹੈਗੇ ਆ। ਸਾਰੀ ਕਥਾ ਤੁਸੀਂ ਕੱਲ ਸੁਣੀ ਹੈ। ਪਹਿਲੇ ਸਮੇਂ ਵਿੱਚ ਭਾਈ ਅਮਰੀਕ ਸਿੰਘ ਜੀ ਜ਼ਖਮੀ, ਬਹੁਤ ਵੱਡੇ ਸਾਧ ਸੰਗਤ ਜੀ, ਉਹ ਰਾਗੀ ਸਨ ਜੀ। ਹੁਣ ਉਹਨਾਂ ਦੇ ਪੁੱਤਰ ਕੀਰਤਨ ਕਰਦੇ ਆ। ਕੱਲ ਵੀ ਬੇਨਤੀ ਕੀਤੀ ਸੀ, ਡਾਕਟਰ ਗੁਰਿੰਦਰ ਸਿੰਘ ਜੀ ਬਟਾਲੇ ਵਾਲੇ ਕੀਰਤਨ ਕਰਦੇ, ਰਾਗਾਂ ਵਿੱਚ ਕਮਾਲ ਕਰ ਦਿੰਦੇ ਜੀ। ਉਹ ਦਾਤ ਜਿਹੜੀ ਹੈ ਫਿਰ ਮਹਾਰਾਜ ਨੇ ਸਿੱਖਾਂ ਨੂੰ ਦਿੱਤੀ ਜੀ। ਇੱਧਰ ਇਹਨਾਂ ਨੂੰ ਕੋੜ ਹੋ ਗਿਆ ਜੀ। ਜਦੋਂ ਕੋੜ ਹੋ ਗਿਆ, ਕੋਈ ਬੁਲਾਵੇ ਨਾ, ਕਵਾਵੇ ਨਾ। ਗੁਰੂ ਸਾਹਿਬ ਨੇ ਕਿਹਾ ਸੀ, ਜਿਹੜਾ ਇਹਨਾਂ ਨੂੰ ਬਖਸ਼ਾਏਗਾ ਉਹਦਾ ਮੂੰਹ ਕਾਲਾ ਕੀਤਾ ਜਾਏਗਾ। ਸਿਰ ਮੁੰਡਵਾਉਣਾ ਸਜ਼ਾ ਹੈ, ਸਜ਼ਾ ਦਿੱਤੀ ਜਾਏਗੀ, ਸਿਰ ਮੁੰਡਵਾ ਦਿੱਤਾ ਜਾਏਗਾ। ਗਧੇ ਦੇ ਉੱਤੇ ਬਿਠਾਇਆ ਜਾਏਗਾ, ਢੋਲੀ ਨਾਲ ਫੇਰਿਆ ਜਾਏਗਾ, ਸਾਰੇ ਨਗਰ ਦੀ ਸੈਰ ਕਰਾਈ ਜਾਏਗੀ। ਭਾਵ ਜਿਹੜਾ ਇਹਨਾਂ ਦੀ ਬੇਇੱਜ਼ਤੀ ਕਰੇ, ਵਾਹਿਗੁਰੂ ਇਹਨਾਂ ਦੀ ਸਿਫਾਰਿਸ਼ ਕਰੇਗਾ, ਉਹਦੀ ਭਾਰੀ ਬੇਇੱਜ਼ਤੀ ਹੋਵੇਗੀ ਜੀ। ਹੁਣ ਕੱਲ ਤੁਸੀਂ ਸੁਣਿਆ, ਉਹ ਸੱਤਾ ਤੇ ਬਲਵੰਡ ਨੇ ਜਿਨ੍ਹਾਂ ਦਾ ਬਹੁਤ ਸਤਿਕਾਰ ਸੀਗਾ,
ਪਰ ਉਹ ਸੱਤਾ ਤੇ ਬਲਵੰਡ ਨੇ ਜਿਨ੍ਹਾਂ ਨੂੰ ਮੰਗਿਆਂ ਨੂੰ ਭੀਖ ਨਹੀਂ ਕੋਈ ਦਿੰਦਾ ਜੀ, ਮੰਗਿਆਂ ਨੂੰ ਨਹੀਂ ਕੋਈ ਦਿੰਦਾ ਜੀ। ਸਿੱਖ ਮੂੰਹ ਨਹੀਂ ਲਾਉਂਦੇ ਜੀ ਉਹਨਾਂ ਨੂੰ। ਹੁਣ ਉਹ ਆਪਣੇ ਘਰ ਵਿੱਚ ਬੈਠੇ ਕੋਹੜੀ ਹੋਏ ਪਏ ਆ, ਤਨ ਨੂੰ ਕੋਹੜ ਹੋਇਆ ਪਿਆ, ਦੁਖੀ ਹੋਏ ਪਏ ਆ, ਤੇ ਹੁਣ ਉਹ ਵਿਚਾਰ ਕਰਦੇ ਆਪਾਂ ਕਥਾ ਸੁਣੀਏ ਪਿਆਰ ਨਾਲ। ਸਾਰੀ ਸੰਗਤ ਗੱਜ ਕੇ ਆਖੋ ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ। ਧੰਨ ਧੰਨ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਜੀ। ਸਭ ਸਿੱਖ ਸੰਗਤ ਗੱਜ ਕੇ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਹਾਂਜੀ। ਇੱਕ ਦਿਨ ਬੈਠੇ ਝੂਰ ਤੇ ਮਨ ਮਹਿ ਇਮ ਆਈ। ਦੋਵੇਂ ਭਰਾ ਝੂਰ ਰਹੇ ਨੇ ਜੀ, ਬੈਠੇ ਬੈਠੇ ਸੋਚਣ ਦੇ ਅਸੀਂ ਕੀ ਕਰ ਬੈਠੇ ਜੀ। ਮਨ ਦੇ ਵਿੱਚ ਇਹ ਵਿਚਾਰ ਚੱਲੀ ਜੀ ਉਹਨਾਂ ਦੇ ਜੀ। ਹਾਂਜੀ। ਲੱਦਾ ਸਿੱਖ ਲਾਹੌਰ ਮੈਂ ਇਹ ਵੱਡ ਵਡਿਆਈ। ਕਿ ਲਾਹੌਰ ਦੇ ਵਿੱਚ ਇੱਕ ਸਿੱਖ ਰਹਿੰਦਾ ਹੈ, ਭਾਈ ਲੱਦਾ। ਬੜੀ ਵਡਿਆਈ ਸੁਣੀ ਹੈ ਭਾਈ ਲੱਦੇ ਦੀ। ਹਾਂਜੀ। ਕਈ ਵਾਰ ਗੁਰਦਾਸ ਨੇ ਸ਼ੁਭ ਸਤਿ ਉਚਾਰੀ। ਕਈ ਵਾਰੀ ਭਾਈ ਗੁਰਦਾਸ ਜੀ ਨੇ ਸੰਗਤ ਦੇ ਵਿੱਚ ਭਾਈ ਲੱਦੇ ਦੀ ਮਹਾਨਤਾ ਦੱਸੀ ਹੈ। ਭਾਈ ਲੱਦਾ ਗੁਰਮੁਖ ਹੈ, ਪਰਉਪਕਾਰੀ ਹੈ। ਮਹਾਰਾਜ ਬਾਣੀ 'ਚ ਨਾ ਪਰਉਪਕਾਰੀ ਦੀ ਡੈਫੀਨੇਸ਼ਨ ਦਿੰਦੇ ਆ, ਕਹਿੰਦੇ ਆ ਆਪਣਾ ਵਿਗਾੜ ਕੇ ਦੂਜੇ ਦਾ ਜਿਹੜਾ ਭਲਾ ਕਰਦੇ ਉਹਨੂੰ ਪਰਉਪਕਾਰੀ ਕਹਿੰਦੇ ਆ ਜੀ। ਆਪਣਾ ਵਿਗਾੜ, ਹਾਂਜੀ, ਤੇ ਦੂਜੇ ਦਾ ਬਗਾਨਾ ਜਿਹੜਾ ਪਰਾਇਆ ਹੈ ਉਹਦਾ ਭਲਾ ਸੋਚੇ, ਐਸੇ ਵਿਰਲੇ ਸਿੱਖ ਨੇ। ਆਖੋ ਧੰਨ ਭਾਈ ਲੱਦਾ ਜੀ। ਭਾਈ ਲੱਦਾ ਜੀ ਐਸੇ ਸਿੱਖ ਹਨ ਜੀ। ਹਾਂਜੀ। ਤਿਸਕੇ ਸਮੰਦੂ ਸਰ ਨਹੀਂ ਅਸ ਪਰ ਉਪਕਾਰੀ। ਦੋਵੇਂ ਭਰਾ ਆਪਸ ਵਿੱਚ ਗੱਲਾਂ ਕਰਦੇ ਐ। ਭਾਈ ਲੱਦੇ ਦੇ ਬਰਾਬਰ ਕੋਈ ਪਰਉਪਕਾਰੀ ਨਹੀਂ ਹੈਗਾ ਕਹਿਣ ਲੱਗੇ, ਜਿਹੜਾ ਇਸ ਸਮੇਂ ਸਾਨੂੰ ਬਖਸ਼ਾ ਦੇਵੇ ਜੀ। ਵੇਖ ਲਓ ਮਹਾਨਤਾ ਦੇਣੀ ਹੈ। ਬਾਬਾ ਬੁੱਢਾ ਜੀ ਵੀ ਤਾਂ ਹੈਗੇ ਹੀ ਆ ਸੰਗਤ ਵਿੱਚ ਜੀ, ਜਿਨ੍ਹਾਂ ਦੀ ਗੱਲ ਗੁਰੂ ਜੀ ਮੋੜਦੇ ਨਹੀਂ ਹੈਗੇ ਜੀ, ਪਰ ਜਿਹਨੂੰ ਵਡਿਆਈ ਦੇਣੀ ਮਹਾਰਾਜ ਨੇ। ਹਾਂਜੀ। ਸੋ ਬਖਸ਼ਾਵੇ ਗੋ ਹਮੈ ਨਿਸ਼ਚੈ ਅਸਠਾਨੀ। ਵਿਚਾਰ ਕੀਤੀ ਦੋਵਾਂ ਭਰਾਵਾਂ ਨੇ, ਭਾਈ ਲੱਦਾ ਜੀ ਸਾਨੂੰ ਬਖਸ਼ਾਉਣਗੇ। ਹਾਂਜੀ। ਲਵਪੁਰ ਕੋ ਗਮਨੇ ਜੁਗਲ ਸਭ ਕਰ ਮਦਹਾਨੀ। ਸਾਰੀ ਹਉਮੈ ਛੱਡ ਗਏ ਨਾ ਵੀ ਅਸੀਂ ਬੜੇ ਵੱਡੇ ਰਾਗੀ ਹੈਗੇ ਆ, ਬਹੁਤ ਵੱਡੇ ਗਵਈਏ ਹੈਗੇ ਆ, ਇਹ ਗੱਲ ਛੱਡ ਕੇ ਤੇ ਸਾਧ ਸੰਗਤ ਜੀ ਉਹ ਲਾਹੌਰ ਵਿੱਚ ਗਏ ਜੀ। ਹਾਂਜੀ। ਏਕ ਨਿਸਾ ਬਸ ਪੰਥ ਮਹਿ ਪਹੁੰਚੇ ਤਿਸ ਥਾਈ। ਰਸਤੇ ਵਿੱਚ ਰਾਤ ਇੱਕ ਜਗ੍ਹਾ ਰਸਤੇ ਵਿੱਚ ਠਹਿਰੇ ਜੀ। ਅਗਲੇ ਦਿਨ ਲਾਹੌਰ ਪਹੁੰਚੇ, ਸਰੀਰ ਤੇ ਕੋਹੜ ਹੋਇਆ ਪਿਆ, ਖਾਣ ਪੀਣ ਨੂੰ ਕੋਈ ਨਹੀਂ ਦਿੰਦਾ ਜੀ। ਫਿਰਤ ਮਿਲੇ ਸਿੱਖ ਗਰੀ ਮਹਿ ਇਤ ਉਤ ਟਰ ਜਾਈ। ਜਦੋਂ ਲਾਹੌਰ ਵਿੱਚ ਪਹੁੰਚੇ ਨਾ, ਲਾਹੌਰ ਵਿੱਚ ਗੁਰੂ ਦੇ ਸਿੱਖਾਂ ਦੇ ਬੜੇ ਘਰ ਨੇ ਜੀ। ਖਬਰਾਂ ਤੇ ਫੈਲ ਗਈਆਂ ਨੇ ਦੂਰ ਦੂਰ ਤੱਕ, ਸੱਤੇ ਬਲਵੰਡੇ ਨੂੰ ਮੂੰਹ ਨਹੀਂ ਲਾਉਣਾ। ਜਦੋਂ ਸੱਤਾ ਬਲਵੰਡਾ ਜੀ ਜਾ ਰਹੇ ਆ ਨਾ ਗਲੀ ਵਿੱਚ, ਤੇ ਲਾਹੌਰ ਦੇ ਵਿੱਚ ਸਿੱਖਾਂ ਦੇ ਘਰ ਨੇ, ਸਿੱਖ ਵੇਖ ਲੈਂਦੇ ਤੇ ਲੁਕ ਜਾਂਦੇ ਇਹਨਾਂ ਨੂੰ ਵੇਖ ਕੇ ਵੀ ਇਹਨਾਂ ਦੇ ਮੁੱਖ ਨਹੀਂ ਲੱਗਣਾ ਜੀ। ਹਾਂਜੀ। ਕੋ ਸਿੱਖ ਬਦਨ ਦੁਰਾਏ ਨਿਜ ਅੰਚਰ ਕੋ ਡਾਰੈ। ਆਪਣੇ ਮੁਖ ਤੇ ਕੱਪੜਾ ਲੈ ਕੇ ਲਾਗੋ ਪ੍ਰੇਮੀ ਸਿੱਖ ਲੰਘਦੇ, ਇਹਨਾਂ ਦੇ ਮੁਖ ਨਹੀਂ ਲੱਗਣਾ। ਇਹਨਾਂ ਨੇ ਗੁਰੂ ਸਾਹਿਬ ਦੀ ਨਿੰਦਿਆ ਕੀਤੀ ਹੈ। ਸੰਗਤ ਜੀ, ਜਿਹੜਾ ਇਸ ਤਰ੍ਹਾਂ ਦੇ ਕਾਰਜ ਕਰਦਾ, ਸਿੱਖਾਂ ਨੇ ਨਾਤਾ ਤੋੜਨ ਲੱਗਿਆਂ ਸਮਾਂ ਨਹੀਂ ਲਾਇਆ। ਅੱਜ ਜਿਨ੍ਹਾਂ ਨੂੰ ਸ੍ਰੀ ਅਕਾਲ ਤਖਤ ਸਾਹਿਬ ਤੋਂ ਛੇਕਿਆ ਵੀ ਜਾਂਦਾ ਹੈ ਨਾ, ਸਿੱਖ ਅੰਦਰ ਖਾਤੇ ਉਹਨਾਂ ਨਾਲ ਸੰਬੰਧ ਰੱਖ ਕੇ ਬੈਠੇ ਹੁੰਦੇ ਨੇ ਜੀ। ਕਿਉਂ? ਭਰੋਸਾ ਨਹੀਂ ਹੈਗਾ ਜੀ। ਵੇਖ ਲਓ, ਸਿੱਖ ਕੱਪੜਾ ਮੁੱਖ ਅੱਗੇ ਲੈ ਲੈਂਦੇ ਆ ਜੀ। ਹਾਂਜੀ। ਨਹਿ ਦਿਖਾਏ ਮੁਖ ਆਪਨੋ ਨਹਿ ਤਿਨੋ ਨਿਹਾਰੇ। ਸਾਧ ਸੰਗਤ ਜੀ ਉਹ ਚਾਹੁੰਦੇ ਆ ਵੀ ਅਸੀਂ ਆਪਣਾ ਮੂੰਹ ਭਾਈ ਸੱਤੇ ਬਲਵੰਡੇ ਨੂੰ ਵਿਖਾਈਏ ਹੀ ਨਾ,
ਇਹਨਾਂ ਬੜਾ ਮਾੜਾ ਕੰਮ ਕੀਤਾ, ਬੜਾ ਪਾਪ ਕੀਤਾ। ਹਾਂਜੀ, ਮਹਾ ਅਗੀ ਸਮਝਾਨ ਕੈ ਬੋਲੇ ਨਹਿ ਕੋਈ। ਮਹਾ ਪਾਪੀ ਸੰਗਤ ਜਾਣਦੀ ਇਹਨਾਂ ਨੂੰ ਜੀ, ਕਿੱਥੇ ਸਤਕਾਰ ਸੀਗਾ ਇਹਨਾਂ ਦੀ। ਤੇ ਮਹਾ ਪਾਪੀ ਜਾਣ ਕੇ ਕੋਈ ਇਹਨਾਂ ਨਾਲ ਗੱਲ ਨਹੀਂ ਕਰਦਾ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਇਹ ਗੁਰ ਤੇ ਸਰਾਪਤ ਮਹਾ ਕਿਤ ਮਿਲੈ ਨ ਢੋਈ। ਸਾਰੇ ਕਹਿੰਦੇ ਆ ਇਹ ਗੁਰੂ ਸਾਹਿਬ ਦੇ ਸਰਾਪੇ ਨੇ, ਇਹਨਾਂ ਨੂੰ ਤੇ ਕਿਤੇ ਢੋਈ ਨਹੀਂ ਮਿਲਣੀ ਜੀ। ਸੰਗਤ ਜੀ, ਲੋਕ 'ਚ ਨਹੀਂ ਢੋਈ ਮਿਲਣ ਦੀ ਤੇ ਪਰਲੋਕ 'ਚ ਕਿੱਥੋਂ ਮਿਲੇਗੀ ਜੀ। ਇਸ ਲੋਕ ਵਿੱਚ ਗੁਰੂ ਦੇ ਸਿੱਖ ਉਹਨਾਂ ਨੂੰ ਵੇਖ ਕੇ ਰਾਜੀ ਨਹੀਂ ਹੈਗੇ ਜੀ। ਹਾਂਜੀ, ਪਹੁੰਚੇ ਲੱਦੇ ਕੇ ਸਦਨ ਕਿਨ ਜਾਏ ਸੁਨਾਵਾ। ਤੇ ਸਾਧ ਸੰਗਤ ਜੀ, ਪਤਾ ਲੱਗ ਗਿਆ ਲਾਹੌਰ ਦੇ ਲੋਕਾਂ ਨੂੰ ਇਹ ਦੋਵੇਂ ਬਾਬਾ ਲੱਦਾ ਜੀ ਦੇ ਘਰ ਆਏ ਨੇ ਜੀ। ਤੇ ਕਿਸੇ ਨੇ ਜਾ ਕੇ ਪਹਿਲਾਂ ਹੀ ਭਾਈ ਲੱਦਾ ਜੀ ਨੂੰ ਦੱਸ ਦਿੱਤਾ, ਭਾਈ ਲੱਦਾ ਜੀ ਸੱਤਾ ਬਲਵੰਡ ਤੁਹਾਡੇ ਘਰ ਆ ਰਹੇ ਨੇ। ਹਾਂਜੀ, ਸੱਤੇ ਜੁਤ ਬਲਵੰਡ ਜੋ ਤੇਰੇ ਗ੍ਰਹਿ ਆਵਾ। ਹਾਂਜੀ, ਦੌਰ ਪੌਟ ਕਰ ਪਟ ਭੇਰ ਕੈ ਅੰਤਰ ਹੋਏ ਬੈਸਾ। ਤੇ ਫਿਰ ਪਤਾ ਕੀ ਕੀਤਾ ਜੀ, ਬਾਬਾ ਲੱਦਾ ਜੀ ਨੇ ਦੌੜ ਕੇ ਦਰਵਾਜ਼ਾ ਬੰਦ ਕਰ ਦਿੱਤਾ ਤੇ ਆਪ ਅੰਦਰ ਬਹਿ ਗਏ ਜੀ। ਕਿਉਂ? ਮੁੱਖ ਨਹੀਂ ਲਾਉਣਾ ਇਹਨਾਂ ਨੂੰ, ਇਹਨਾਂ ਨੇ ਬੁਰਾ ਕੀਤਾ। ਹਾਂਜੀ, ਫਿਟ ਕੇ ਸ੍ਰੀ ਗੁਰੂ ਅਰਜਨ ਗੁਰੂ ਦੁਖ ਬਾਢਿਓ ਤੈਸਾ। ਪਤਾ ਗੁਰੂ ਅਰਜਨ ਦੇਵ ਜੀ ਦੇ ਫਿਟਕਾਰੇ ਹੋਏ ਨੇ ਜੀ, ਹੁਣ ਦੁੱਖ ਪਾ ਰਹੇ ਨੇ ਜੀ। ਹਾਂਜੀ, ਪੌਰ ਖਰੇ ਖੋਏ ਕੌਰ ਲੱਗ ਬਹੁ ਕਿਨੈ ਬਖਾਨੀ। ਕਈ ਦਿਨਾਂ ਦੇ ਭੁੱਖੇ, ਖਾਣ ਨੂੰ ਕੁਝ ਨਹੀਂ ਮਿਲਿਆ ਜੀ। ਜਿਹੜੇ ਕਹਿੰਦੇ ਸੀ ਨਾ ਲੋਕਾਂ ਕੋਲੋਂ ਮਾਇਆ ਲੈ ਲਵਾਂਗੇ, ਰਾਗ ਸੁਣਾ ਸੁਣਾ ਕੇ, ਕਈ ਦਿਨਾਂ ਦੇ ਭੁੱਖੇ ਨੇ ਜੀ। ਦਰਵਾਜ਼ੇ ਦੇ ਲਾਗੇ ਲੱਗ ਕੇ ਨਾ, ਨਾਲ ਲੱਗ ਕੇ ਖਲੋਤਾ ਨਹੀਂ ਜਾਂਦਾ ਜੀ। ਸਫ਼ਰ ਕਰਕੇ ਆਏ ਆ ਤੇ ਨਾਲ ਲੱਗ ਕੇ ਤੇ ਬੇਨਤੀਆਂ ਕਰਨ ਲੱਗੇ ਬਾਬਾ ਲੱਦਾ ਜੀ ਨੂੰ ਜੀ। ਤਰਾਹੇ ਤਰਾਹੇ ਸ਼ਰਨੀ ਪਰੇ ਸੁਨ ਸਿਫਤ ਮਹਾਨੀ। ਭਾਈ ਲੱਦਾ ਜੀ, ਅਸੀਂ ਤੁਹਾਡੀ ਸ਼ਰਨ ਵਿੱਚ ਆ, ਤੁਹਾਡੀ ਸ਼ਰਨ ਵਿੱਚ ਆ, ਤੁਹਾਡੀਆਂ ਬੜੀਆਂ ਸਿਫਤਾਂ ਸੁਣੀਆਂ ਨੇ। ਚੇਤਾ ਰੱਖਿਓ, ਗੁਰੂ ਰੁੱਸ ਜਾਵੇ ਸਿੱਖ ਬਖਸ਼ਾ ਲੈਂਦਾ। ਸਿੱਖ ਦੇ ਮਾਰੇ ਨੂੰ ਗੁਰੂ ਸਾਹਿਬ ਵੀ ਨਹੀਂ ਰੱਖਦੇ ਜੀ। ਹਾਂਜੀ, ਗੁਰ ਸਿੱਖਿਆ ਨ ਮਹਿ ਨਾਮ ਤੋਵ ਕਹਿ ਪਰ ਉਪਕਾਰੀ। ਭਾਈ ਲੱਦਾ ਜੀ, ਤੁਹਾਡੀ ਵਿਸ਼ੇਸ਼ਤਾ ਹੈ, ਸਾਰੇ ਸਿੱਖ ਤੁਹਾਨੂੰ ਪਰ ਉਪਕਾਰੀ ਕਹਿੰਦੇ ਆ। ਗੱਜ ਕੇ ਆਖੋ ਵਾਹਿਗੁਰੂ। ਪਰ ਉਪਕਾਰ ਦੀ ਸਭ ਤੋਂ ਵੱਡੀ ਜੇ ਕੋਈ ਮਿਸਾਲ ਹੈ, ਭਾਈ ਲੱਦਾ ਜੀ ਹਨ ਜੀ। ਹਾਂਜੀ, ਕਰ ਸਹਾਇਤਾ ਦੀਨ ਲਖ ਕਟ ਬ੍ਰਿਥਾ ਹਮਾਰੀ। ਹੇ ਭਾਈ ਲੱਦਾ ਜੀ, ਹੁਣ ਸਾਡੇ ਤੇ ਕਿਰਪਾ ਕਰੋ, ਅਸੀਂ ਤੁਹਾਡੀ ਹਜ਼ੂਰੀ ਵਿੱਚ ਆਏ ਆ, ਕਿਰਪਾ ਕਰੋ ਤੇ ਸਾਡੀ ਸਹਾਇਤਾ ਕਰੋ। ਭਾਈ ਲੱਦਾ ਜੀ ਅੰਦਰ ਬੈਠੇ ਆ, ਦਰਵਾਜ਼ਾ ਨਹੀਂ ਖੋਲਦੇ ਜੀ। ਹਾਂਜੀ, ਲਾਜ ਨਾਮ ਕੀ ਰਾਖੀਏ ਅਰਦਾਸ ਸੁਨੀਜੈ। ਭਾਈ ਜੀ, ਤੁਹਾਨੂੰ ਲੋਕ ਪਰਉਪਕਾਰੀ ਕਹਿੰਦੇ ਆ, ਆਪਣੇ ਨਾਮ ਦੀ ਲਾਜ ਰੱਖੋ, ਸਾਡੀ ਅਰਦਾਸ ਸੁਣੋ। ਹਾਂਜੀ, ਏਕ ਬੇਰ ਸ੍ਰੀ ਗੁਰ ਨਿਕਟ ਹਮਰੀ ਸੁਧ ਦੀਜੈ। ਇੱਕ ਵਾਰ ਸਾਡੇ ਨਾਲ ਚੱਲ ਕੇ ਸਾਡੀ ਸਿਫਾਰਿਸ਼ ਕਰ ਦਿਓ। ਗੱਜ ਕੇ ਆਖੋ ਵਾਹਿਗੁਰੂ। ਦੇਖੋ, ਮਹਾਰਾਜ ਨੇ ਐਵੇਂ ਤਾਂ ਕਿਸੇ ਦੀ ਗੱਲ ਨਹੀਂ ਮੰਨਣੀ। ਸੱਤੇ ਤੇ ਬਲਵੰਡੇ ਨੂੰ ਵੀ ਪਤਾ ਹੈ ਕਿ ਲੱਦੇ ਦਾ ਕਿਹਾ ਮਹਾਰਾਜ ਨੇ ਮੋੜਨਾ ਨਹੀਂ ਹੈ। ਹਰ ਇੱਕ ਦੀ ਆਪੋ ਆਪਣੀ ਪਹੁੰਚ ਹੁੰਦੀ ਹੈ। ਕਹਿਣ ਲੱਗੇ, ਭਾਈ ਜੀ ਇੱਕ ਵਾਰੀ ਮਹਾਰਾਜ ਦੇ ਅੱਗੇ ਸਾਡੀ ਸਿਫਾਰਿਸ਼ ਕਰ ਦਿਓ। ਹਾਂਜੀ, ਆਨ ਥਾਨ ਤੁਝ ਬਿਨਾ ਨ ਹੈ ਜਿਸ ਕੇ ਢਿੱਗ ਜਾਵੇ। ਇਸ ਸਮੇਂ ਸਾਡੇ ਲਈ ਦੁਨੀਆ ਦੇ ਸਾਰੇ ਹੀ ਦਰਵਾਜ਼ੇ ਬੰਦ ਹੋਏ ਪਏ ਨੇ। ਕਹਿਣ ਲੱਗੇ, ਸਿਰਫ ਇੱਕ ਤੁਸੀਂ ਹੋ ਜਿਹੜੇ ਦਰਵਾਜ਼ੇ ਖੁਲਾ ਸਕਦੇ ਹੋ। ਹਾਂਜੀ, ਦਰ ਤੇਰੇ ਹਮ ਪਰ ਰਹੇ ਕਰ ਜਾਇਓ ਉਰ ਭਾਵੈ। ਤੇ ਜਿਵੇਂ ਕਿਵੇਂ ਵੀ ਹੈ, ਅਸੀਂ ਤੁਹਾਡੇ ਦਰ ਤੇ ਆ। ਗੁਰੂ ਸਾਹਿਬ ਨੂੰ ਸਾਡੀ ਸਿਫਾਰਿਸ਼ ਕਰੋ। ਆਖੋ ਵਾਹਿਗੁਰੂ। ਸਿਫਾਰਿਸ਼ ਕਰੋ ਸਾਡੀ ਮਹਾਰਾਜ ਦੇ ਅੱਗੇ। ਮਰਜ਼ੀ ਤੁਹਾਡੀ ਹੈ, ਰੱਖਣਾ ਰੱਖ ਲਓ, ਹੁਣ ਮਾਰਨਾ ਤੇ ਮਾਰ ਲਓ, ਅਸੀਂ ਤੁਹਾਡੇ ਦਰਵਾਜ਼ੇ ਅੱਗੇ ਪੈ ਗਏ ਆ ਕੇ। ਸੰਗਤ ਜੀ, ਭਾਈ ਲੱਦਾ ਜੀ ਨੇ ਦਰਵਾਜ਼ਾ ਨਹੀਂ ਖੋਲਿਆ ਜੀ। ਇਹਨਾਂ ਪਤਾ ਕੀ ਕੀਤਾ ਜੀ,
ਇਹ ਦੋਵੇਂ ਦਰਵਾਜ਼ੇ ਦੇ ਅੱਗੇ ਬੈਠ ਗਏ, ਉੱਠੇ ਹੀ ਨਹੀਂ ਜੀ, ਉੱਠੇ ਹੀ ਨਹੀਂ। ਅਸੀਂ ਕਹਿਣ ਲੱਗੇ ਭਾਈ ਲੱਦਾ ਜੀ ਜਿੰਨਾ ਚਿਰ ਤੱਕ ਸਾਡੀ ਸਿਫਾਰਿਸ਼ ਨਹੀਂ ਕਰੋਗੇ ਅਸੀਂ ਉੱਠਣਾ ਵੀ ਨਹੀਂ, ਕਹਿਣ ਲੱਗੇ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ। ਲੱਦਾ ਚਿਤ ਵਿਦ ਚਿਤ ਬਿਖੈ ਮੈਂ ਕੀਏ ਉਪਕਾਰਾ। ਹੁਣ ਭਾਈ ਲੱਦਾ ਜੀ ਵਿਚਾਰ ਕਰਦੇ ਵੀ ਲੋਕ ਮੈਨੂੰ ਪਰਉਪਕਾਰੀ ਕਹਿੰਦੇ ਆ, ਬੜੇ ਪਰਉਪਕਾਰ ਗੁਰੂ ਸਾਹਿਬ ਨੇ ਮੇਰੇ ਰਾਹੀਂ ਕਰਵਾਏ ਆ। ਹਾਂਜੀ। ਸਭ ਤਜ ਮੇਰੇ ਦਰ ਪਰੇ ਇਨ ਕਾਰਜ ਭਾਰਾ। ਹੁਣ ਇਹ ਚੰਗੇ ਮੈਂ ਪਰਉਪਕਾਰ ਕੀਤੇ ਆ, ਕਹਿਣ ਲੱਗੇ ਇਹ ਸਾਰਿਆਂ ਦਾ ਦਰ ਛੱਡ ਕੇ ਮੇਰੇ ਕੋਲ ਆ ਕੇ ਬਹਿ ਗਏ ਆ, ਪਰ ਇਹਨਾਂ ਦਾ ਕੰਮ ਬੜਾ ਭਾਰੀ ਹੈਗਾ, ਸੌਖਾ ਕੰਮ ਨਹੀਂ ਹੈਗਾ ਜੀ। ਹਾਂਜੀ। ਕਹਿਨ ਬਨੈ ਨਹਿ ਨਿਕਟ ਗੁਰ ਮੁਖ ਕਰ ਹੈ ਕਾਰੋ। ਕਿਉਂ? ਜੇ ਮੈਂ ਇਹਨਾਂ ਦੀ ਸਿਫਾਰਿਸ਼ ਕੀਤੀ ਤੇ ਮਹਾਰਾਜ ਨੇ ਮੂੰਹ ਕਾਲਾ ਕਰਨਾ ਹੈ, ਸੀਸ ਮੰਡਵਾਉਣਾ, ਖੋਤੇ ਤੇ ਬਿਠਾਉਣਾ। ਹਾਂਜੀ। ਕੇਸ ਮੰਡਵਾਉਣੇ ਆ, ਖੋਤੇ ਤੇ ਬਿਠਾਉਣਾ, ਨਗਰ ਦੀ ਫੇਰੀ ਕਰਾਉਣੀ ਹੈ। ਹਾਂਜੀ। ਕਿਮ ਕਾਰਜ ਇਨ ਕੋ ਬਨੈ ਨਹਿ ਕੋ ਉਪਚਾਰੋ। ਵਾਹ ਵਾਹ। ਐਵੇਂ ਨਹੀਂ ਭਾਈ ਲੱਦਾ ਜੀ ਨੂੰ ਲੋਕ ਪਰਉਪਕਾਰੀ ਕਹਿੰਦੇ, ਗੱਜ ਕੇ ਆਖੋ ਵਾਹਿਗੁਰੂ। ਭਾਈ ਲੱਦਾ ਜੀ ਸੋਚਦੇ ਵੀ ਹੁਣੇ ਆ ਹੀ ਗਏ ਆ ਤੇ ਫਿਰ ਇਹਨਾਂ ਦਾ ਭਲਾ ਕਿਵੇਂ ਹੋਵੇ, ਕਹਿਣ ਲੱਗੇ ਕੋਈ ਹੱਲ ਕੱਢੀਏ, ਕੋਈ ਵਿਧੀ ਕੱਢੀਏ। ਹਾਂਜੀ। ਬਹੁਰ ਵਿਚਾਰਿਓ ਆਪ ਹੀ ਕਰਿਓ ਮੁਖ ਕਾਰਾ। ਆਖੋ ਧੰਨ ਭਾਈ ਲੱਦਾ ਜੀ, ਧੰਨ ਭਾਈ ਲੱਦਾ ਜੀ। ਭਾਈ ਲੱਦਾ ਜੀ ਨੇ ਵਿਚਾਰ ਕੀਤੀ, ਬਖਸ਼ਾਉਣਾ ਤੇ ਹੁਣ ਇਹਨਾਂ ਨੂੰ ਹੈ ਹੀ ਹੈ, ਉੱਥੇ ਜਾਵਾਂਗਾ, ਗੁਰੂ ਜੀ ਨੂੰ ਬੇਨਤੀ ਕਰਾਂਗਾ, ਮਹਾਰਾਜ ਮੂੰਹ ਕਾਲਾ ਕਰਨਗੇ, ਇਹਦੇ ਤੋਂ ਚੰਗਾ ਮੈਂ ਇੱਥੋਂ ਹੀ ਮੂੰਹ ਕਾਲਾ ਕਰਕੇ ਤੁਰਾਂ, ਕਹਿਣ ਲੱਗੇ ਇੱਥੋਂ ਹੀ ਮੂੰਹ ਕਾਲਾ ਕਰਕੇ ਤੁਰਾਂ। ਕੋਈ ਕਰਦਾ ਕਿਸੇ ਲਈ ਇੰਜ ਜੀ? ਕੋਈ ਨਹੀਂ ਕਰਦਾ ਜੀ। ਹਾਂਜੀ। ਚੜ ਗਰਦਬ ਪਰ ਜਾਏ ਹੋ ਗੁਰ ਕੇ ਦਰਬਾਰਾ। ਤੇ ਮੈਂ ਇੱਥੋਂ ਹੀ ਗਧੇ ਦੇ ਉੱਤੇ ਚੜ ਕੇ ਜਾਵਾਂਗਾ, ਲਾਹੌਰ ਤੋਂ ਹੀ। ਹੁਣ ਮਹਾਰਾਜ ਨੇ ਤਾਂ ਕਿਹਾ ਸੀ ਅੰਮ੍ਰਿਤਸਰ 'ਚ ਫੇਰੀ ਦਵਾਈ ਜਾਏਗੀ, ਪਰ ਭਾਈ ਲੱਦਾ ਜੀ ਸੋਚਦੇ ਮੈਂ ਲਾਹੌਰੋਂ ਹੀ ਇੰਜ ਜਾਵਾਂਗਾ। ਹਾਂਜੀ। ਤੋ ਕਹਿਬੋ ਨੀਕੋ ਅਹੈ ਬਨ ਹੈ ਇਨ ਕਾਜੂ। ਫਿਰ ਮਹਾਰਾਜ ਨੂੰ ਬੇਨਤੀ ਕਰਾਂਗਾ, ਆਸ ਹੈ ਇਹਨਾਂ ਵਿਚਾਰਿਆਂ ਦਾ ਕੰਮ ਬਣ ਜਾਏਗਾ। ਗੱਜ ਕੇ ਆਖੋ ਵਾਹਿਗੁਰੂ। ਸੰਗਤ ਜੀ ਕਿੰਨਾ ਪਰਉਪਕਾਰ ਜੀ। ਅੱਜ ਐਸੇ ਸਿੱਖ ਪੰਥ 'ਚ ਥੋੜੇ ਨੇ ਜਿਹੜੇ ਕਿਸੇ ਦੇ ਭਲਾ ਕਰਾਉਣ ਵਾਸਤੇ ਆਪਣਾ ਮੂੰਹ ਕਾਲਾ ਕਰਾਉਣ ਜੀ। ਹਾਂਜੀ। ਦੇਖੇ ਪ੍ਰਥਮ ਸਜਾਏ ਕੋ ਗੁਰ ਦੇਹ ਨਿਵਾਜੂ। ਮਹਾਰਾਜ ਸੱਚੇ ਪਾਤਸ਼ਾਹ ਪਹਿਲਾਂ ਹੀ ਸਜਾ ਵੇਖ ਲੈਣਗੇ, ਜਿਹੜੀ ਸਜਾ ਦੇਣੀ ਪਹਿਲਾਂ ਹੀ ਮੈਂ ਧਾਰਨ ਕਰ ਲਵਾਂਗਾ, ਤੇ ਅੱਗੋਂ ਫਿਰ ਜੋ ਸਜਾ ਦੇਣਗੇ ਫਿਰ ਉਹ ਵੀ ਲੈ ਲਾਂਗੇ, ਕਹਿਣ ਲੱਗੇ। ਹਾਂਜੀ। ਕਰ ਨਿਸ਼ਕੇ ਕਰ ਖੋਲ ਕੇ ਅੰਤਰ ਪ੍ਰਵੇਸ਼ਾਏ। ਤੇ ਬਸ ਫਿਰ ਵਿਚਾਰ ਕਰ ਲਈ, ਮੈਂ ਇੱਥੋਂ ਹੀ ਮੂੰਹ ਕਾਲਾ ਕਰਕੇ ਤੁਰਾਂਗਾ। ਉਧਰ ਬਾਹਰ ਉਹ ਦਰਵਾਜ਼ੇ ਅੱਗੇ ਬੈਠੇ ਸੱਤਾ ਤੇ ਬਲਵੰਡ ਕੋੜ ਹੋਇਆ ਪਿਆ, ਕਹਿੰਦੇ ਭਾਈ ਲੱਦੇ ਜੇ ਤੂੰ ਨਹੀਂ ਦਰਵਾਜ਼ਾ ਖੋਲਣਾ ਤਾਂ ਅਸੀਂ ਜਾਣਾ ਵੀ ਹੋਰ ਕਿਤੇ ਨਹੀਂ। ਧੰਨ ਭਾਈ ਲੱਦਾ ਜੀ ਨੇ ਦਰਵਾਜ਼ਾ ਖੋਲਿਆ ਜੀ। ਹਾਂਜੀ। ਧੀਰ ਦੀਨ ਕਰਿਓ ਜਤਨ ਗੁਰ ਇਸ਼ ਪੁਰਾਏ। ਤੇ ਅੰਦਰ ਫਿਰ ਸੱਦਿਆ ਜੀ ਪਹਿਲਾ ਸਿੱਖ 'ਚ ਭਾਈ ਲੱਦਾ ਜੀ, ਜਿਨ੍ਹਾਂ ਨੇ ਸੱਤੇ ਬਲਵੰਡੇ ਨੂੰ ਮੂੰਹ ਲਾਇਆ ਹੈ ਜੀ, ਰਿਸਕ ਲਿਆ ਜੀ। ਵਿਸਾਦਾਨ ਇਹੋ ਹੀ ਆ ਨਾ ਜੀ। ਤੇ ਕੋਲ ਬਿਠਾਇਆ ਤੇ ਫਿਰ ਧੀਰ ਦੀਨ ਕਰਹੁ ਜਤਨ ਗੁਰ ਇੱਛ ਪੁਰਾਏ। ਧੀਰਜ ਦਿੱਤਾ, ਕੋਈ ਨਹੀਂ ਮੈਂ ਯਤਨ ਕਰਦਾ, ਗੁਰੂ ਤੁਹਾਨੂੰ ਬਖਸ਼ ਲਵੇ, ਕਹਿਣ ਲੱਗੇ। ਹਾਂਜੀ। ਤਿਸ ਦਿਨ ਰਾਖੇ ਪਾਸ ਨਿਜ ਪੁਨ ਉਠਿਓ ਸਕਾਰਾ। ਉਸ ਰਾਤ ਉਹਨਾਂ ਕੋੜੀਆਂ ਨੂੰ ਆਪਣੇ ਘਰ ਵਿੱਚ ਰੱਖਿਆ ਜੀ, ਕਿਉਂ ਤਨ ਤੇ ਕੋੜ ਹੈ, ਕੋਈ ਨਹੀਂ ਸੀ ਰੱਖਦਾ ਜੀ। ਤੇ ਸੰਗਤ ਜੀ ਭੋਜਨ ਪ੍ਰਸ਼ਾਦਾ ਛਕਾਇਆ ਜੀ। ਅਗਲੇ ਦਿਨ ਉੱਠੇ ਭਾਈ ਲੱਦਾ ਜੀ, ਚਾਲ ਨਿਰਾਲੀ ਗੁਰਮੁਖੀ। ਹੁਣ ਸੁਣਿਓ ਸਿੱਖ ਦੀ ਚਾਲ ਜੀ। ਹਾਂਜੀ।
ਪੁਰਬ ਮੁੰਡ ਮੁੰਡਾਏ ਕੈ ਮੁਖ ਕੀ ਨਸਕਾਰਾ। ਤੇ ਪੂਰਬ ਮੂੰਡ ਮੁੰਡਾਏ ਕੈ, ਪਹਿਲਾਂ ਆਪਣੇ ਸਿਰ ਦੇ ਵਾਲ ਮੁੰਨਾਏ ਜੀ। ਫਿਰ ਮੈਂ ਬੇਨਤੀ ਕਰਨ ਲੱਗਾ, ਇਹ ਸਜਾ ਸੀਗੀ ਜੀ। ਤੇ ਮੁਖ ਕੀ ਨਸਕਾਰਾ, ਆਪਣਾ ਮੂੰਹ ਕਾਲਾ ਕਰ ਲਿਆ ਜੀ। ਆਖੋ ਧੰਨ ਭਾਈ ਲੱਦਾ ਜੀ। ਧੰਨ ਭਾਈ ਲੱਦਾ ਜੀ। ਸਭ ਕੁਝ ਇਸ ਕਰਕੇ ਹੈ ਕਿ ਮਹਾਰਾਜ ਗੁਰੂ ਅਰਜਨ ਦੇਵ ਜੀ ਇਹਨਾਂ ਨੂੰ ਬਖਸ਼ ਲੈਣ। ਹਾਂਜੀ। ਗਰਦਬ ਕਰ ਭਾਰਾ ਲਿਓ ਹੋਏ ਤਿਸ ਅਸਵਾਰੋ। ਕਿਰਾਏ ਤੇ ਇੱਕ ਗਧਾ ਲਿਆ ਜੀ। ਗਧਾ ਲਿਆ ਕਿਰਾਏ ਤੇ, ਆਪਣੇ ਪੈਸਿਆਂ ਦਾ ਗਧਾ ਲਿਆ ਜੀ। ਵੇਖੋ ਕਿਰਾਏ ਤੇ ਉਸ ਗਧੇ ਦੇ ਉੱਤੇ ਬੈਠ ਗਏ ਜੀ। ਫਿਰ ਹਾਂਜੀ। ਸੰਗ ਢੋਲ ਬਜਵਾਇਓ ਨਰ ਪਿਖੇ ਹਜ਼ਾਰੋਂ। ਤੇ ਢੋਲੀ ਵੀ ਕਿਰਾਏ ਤੇ ਕੀਤਾ ਜੀ। ਫਿਰ ਜੀ ਉਹ ਵੀ ਆਪਣੇ ਪੈਸਿਆਂ ਦਾ। ਇਹਨੂੰ ਕਹਿੰਦੇ ਪਰਉਪਕਾਰ। ਇਹਨੂੰ ਕਹਿੰਦੇ ਪਰਉਪਕਾਰ। ਨਹੀਂ ਤੇ ਕਹਿ ਸਕਦੇ ਸੀ ਤੁਹਾਡੇ ਲਈ ਹੈ ਗਧਾ ਤੇ ਕਰਾ ਦਿਓ, ਗੱਜ ਕੇ ਆਖੋ ਵਾਹਿਗੁਰੂ। ਪਰ ਇਹਨੂੰ ਪਰਉਪਕਾਰ ਕਹਿੰਦੇ ਐ। ਢੋਲੀ ਨਾਲ ਲਿਆ ਜੀ। ਅੱਗੇ ਅੱਗੇ ਢੋਲ ਵੱਜਦਾ, ਪਿੱਛੇ ਸਿਰ ਮੁੰਡਵਾਇਆ, ਮੁਖ ਕਾਲਾ ਕੀਤਾ। ਗਧੇ ਦੇ ਉੱਤੇ ਧੰਨ ਧੰਨ ਭਾਈ ਲੱਦਾ ਜੀ ਬੈਠੇ ਹੋਏ ਨੇ, ਜਾ ਰਹੇ ਨੇ। ਹਜ਼ਾਰਾਂ ਲੋਕ ਵੇਖ ਰਹੇ ਨੇ ਜੀ। ਹਾਂਜੀ। ਮਗਨਿਸ ਬਸ ਗੁਰ ਕੀ ਪੁਰੀ ਆਗਲ ਦਿਨ ਆਇਓ। ਇੱਕ ਰਾਤ ਰਸਤੇ 'ਚ ਰੁਕੇ। ਹੁਣ ਜਿੱਧਰੋਂ ਭਾਈ ਲੱਦਾ ਜੀ ਲੰਘਦੇ ਆ, ਲੋਕ ਵੇਖਦੇ ਆ ਵੀ ਭਾਈ ਲੱਦਾ ਜੀ ਇਹ ਕੀ ਕਰੀ ਬੈਠੇ ਨੇ। ਤੇ ਸੰਗਤ ਜੀ ਇੱਕ ਰਾਤ ਰਸਤੇ ਵਿੱਚ ਰਹੇ ਆ। ਅਗਲੇ ਦਿਨ ਅੰਮ੍ਰਿਤਸਰ ਸਿਫਤੀ ਦਾ ਘਰ, ਇੱਥੇ ਆਏ ਨੇ ਭਾਈ ਲੱਦਾ ਜੀ। ਹਾਂਜੀ। ਪ੍ਰਥਮ ਪਰਕਰਮਾ ਨਗਰ ਕੀ ਕਰ ਕੈ ਪ੍ਰਵਿਸ਼ਾਇਓ। ਤੇ ਪਹਿਲਾਂ ਹੀ ਸਾਧ ਸੰਗਤ ਜੀ ਅੰਮ੍ਰਿਤਸਰ ਸ਼ਹਿਰ ਦੀ ਪਰਿਕਰਮਾ ਕੀਤੀ ਸਾਰੀ ਦੀ ਜੀ। ਮਹਾਰਾਜ ਨੇ ਕਿਹਾ ਸੀ ਨਾ, ਅੱਗੇ ਅੱਗੇ ਢੋਲ ਵੱਜਦਾ, ਨਾਲ ਪਰਿਕਰਮਾ ਕਰ ਰਹੇ ਨੇ ਸ਼ਹਿਰ ਦੀ। ਬੱਚੇ ਨਿਆਣੇ ਬੀਬੀਆਂ ਸਭ ਪਿੱਛੇ ਪਿੱਛੇ ਤੁਰ ਰਹੇ ਆ। ਲੋਕ ਜਾਣਦੇ ਨੇ। ਹਾਂਜੀ। ਕੌਤਕ ਹੇਤ ਬਿਲੋ ਕਬੇ ਨਰ ਭੈ ਸਮੁਦਾਇਆ। ਲੋਕ ਵੇਖ ਕੇ ਹੈਰਾਨ ਹੋ ਗਏ। ਧੰਨ ਭਾਈ ਲੱਦਾ ਜੀ। ਸਮਝ ਆ ਗਈ ਵੀ ਇਹ ਸਭ ਕੁਝ ਕਿਉਂ ਕੀਤਾ ਭਾਈ ਲੱਦਾ ਜੀ ਨੇ। ਹਾਂਜੀ। ਗਰੀ ਗਰੀ ਫਿਰ ਨਗਰ ਮਹਿ ਨਿਜ ਵੇਖ ਦਿਖਾਇਆ। ਕੱਲੀ ਕੱਲੀ ਗਲੀ ਦੇ ਵਿੱਚ ਭਾਈ ਲੱਦਾ ਜੀ ਆਪ ਫਿਰੇ ਜੀ। ਉਸ ਖੋਤੇ ਉੱਤੇ ਚੜ ਗਏ ਜੀ। ਆਪਣਾ ਭੇਖ ਵਿਖਾਇਆ। ਸਿੱਖੋ ਵੇਖੋ ਮੈਂ ਗੁਨੇਗਾਰ ਹਾਂ ਕਹਿਣ ਲੱਗੇ। ਹਾਂਜੀ। ਨਰ ਨਾਰੀ ਬਾਲਕ ਤਰਨ ਬ੍ਰਿਧ ਸਕਲ ਨਿਹਾਰਾ। ਗੱਜ ਕੇ ਆਖੋ ਵਾਹਿਗੁਰੂ। ਕੀ ਬੱਚੇ, ਕੀ ਬੀਬੀਆਂ, ਕੀ ਮਨੁੱਖ, ਸਾਰਿਆਂ ਨੇ ਵੇਖਿਆ ਜੀ। ਹਾਂਜੀ। ਜਸ ਪਸਰਿਓ ਸਭ ਧੰਨਾ ਕਹੈ ਕੇ ਵੱਡ ਉਪਕਾਰਾ। ਕਮਾਲ ਦੀ ਗੱਲ ਇਹ ਹੈ, ਜਸ ਪਸਰਿਓ ਸਭ ਧੰਨ ਕਹੈ। ਆਖੋ ਵਾਹਿਗੁਰੂ ਵਾਹਿਗੁਰੂ। ਲੋਕ ਉਸ ਬੰਦੇ ਦਾ ਮਖੌਲ ਉਡਾਉਂਦੇ ਆ ਜਿਹਨੂੰ ਖੋਤੇ ਤੇ ਬਿਠਾ ਕੇ ਜਿਹਦਾ ਮੂੰਹ ਕਾਲਾ ਕੀਤਾ ਜਾਵੇ ਜੀ। ਪਰ ਲੋਕ ਭਾਈ ਲੱਦਾ ਜੀ ਨੂੰ ਵੇਖਦੇ ਆ ਤੇ ਜਸ ਕਰਦੇ, ਸਿਫਤਾਂ ਕਰਦੇ, ਕਹਿੰਦੇ ਧੰਨ ਹੈ ਭਾਈ ਲੱਦਾ ਕਹਿਣ ਲੱਗੇ। ਹੱਥ ਜੋੜੀਏ ਆਪਾਂ ਵੀ ਕਹੀਏ ਧੰਨ ਧੰਨ ਭਾਈ ਲੱਦਾ ਜੀ। ਧੰਨ ਧੰਨ ਭਾਈ ਲੱਦਾ ਜੀ। ਹਾਂਜੀ। ਕੌਣ ਸਕੈ ਕਰ ਇਸ ਵਿਧੀ ਪਰ ਹੇਤ ਵਿਸਾਲਾ। ਸਿੱਖ ਵਿਚਾਰ ਕਰਦੇ ਕੌਣ ਹੈ ਜਿਹੜਾ ਕਿਸੇ ਦੇ ਭਲੇ ਵਾਸਤੇ ਆਪਣੇ ਨਾਲ ਹੀ ਇਸ ਤਰ੍ਹਾਂ ਕਰ ਲਵੇ ਜੀ। ਹਾਂਜੀ। ਧੰਨ ਗੁਰੂ ਕੇ ਸਿੱਖ ਹੈ ਜੋ ਪਰਮ ਕਿਰਪਾਲਾ। ਤੇ ਵਿਚਾਰ ਕੀਤੀ ਇਹ ਗੁਰੂ ਅਰਜਨ ਦੇਵ ਜੀ ਦੇ ਸਿੱਖ ਧੰਨ ਨੇ ਕਹਿਣ ਲੱਗੇ। ਇੰਨੀ ਕਿਰਪਾ ਕਰਦੇ ਨੇ। ਹਾਂਜੀ। ਹਾਨ ਲਾਭ ਪਤ ਆਪਣੀ ਨਹਿ ਨੈਕ ਵਿਚਾਰਾ। ਨਾ ਲਾਭ ਦੀ ਵਿਚਾਰ ਕਰਦੇ, ਨਾ ਨੁਕਸਾਨ ਦੀ ਵਿਚਾਰ ਕਰਦੇ, ਆਪਣੀ ਇੱਜ਼ਤ ਦੀ ਵੀ ਵਿਚਾਰ ਨਹੀਂ ਕਰਦੇ ਜੀ। ਹਰ ਇੱਕ ਬੰਦੇ ਨੂੰ ਆਪਾਂ ਜਿੰਨੇ ਬੈਠੇ ਆ ਨਾ, ਆਪਣੀ ਇੱਜ਼ਤ ਪਿਆਰੀ ਹੈਗੀ ਹੈ ਜੀ। ਇੱਥੇ ਕੋਈ ਨਹੀਂ ਬੈਠਾ ਹੋਇਆ ਐਸਾ ਜਿਹਨੂੰ ਆਪਣੀ ਇੱਜ਼ਤ ਨਹੀਂ ਚੰਗੀ ਲੱਗਦੀ। ਹਰ ਇੱਕ ਦਾ ਯਤਨ ਹੈ ਮੇਰੀ ਇੱਜ਼ਤ ਹੋਵੇ, ਮੇਰਾ ਮਾਣ ਹੋਵੇ, ਸਤਿਕਾਰ ਹੋਵੇ ਜੀ। ਧੰਨ ਨੇ ਭਾਈ ਲੱਦਾ ਜੀ ਜਿਨ੍ਹਾਂ ਨੇ ਆਪਣੀ ਇੱਜ਼ਤ ਦੀ ਵੀ ਪਰਵਾਹ ਨਹੀਂ ਕੀਤੀ ਜੀ। ਅਜੇ ਕੋਈ ਪਤਾ ਨਹੀਂ ਹੈ ਗੁਰੂ ਅਰਜਨ ਦੇਵ ਜੀ ਨੇ ਕੀ ਕਹਿਣਾ ਵੇਖ ਕੇ ਜੀ। ਹਾਂਜੀ। ਹਾਨ ਲਾਭ ਪਤ ਆਪਣੀ ਨਹਿ ਨੈਕ ਵਿਚਾਰਾ।
ਪੂਰਨ ਸ੍ਰੀ ਗੁਰਬਾਖ ਕੋ ਇਮ ਬੇਖ ਸੁਧਾਰਾ। ਤੇ ਪੂਰਨ ਗੁਰੂ ਸਾਹਿਬ ਗੁਰੂ ਅਰਜਨ ਦੇਵ ਜੀ ਦੇ ਬਚਨਾਂ ਨੂੰ ਮੰਨ ਕੇ ਪਹਿਲਾਂ ਹੀ ਇਹੋ ਜਿਹਾ ਰੂਪ ਬਣਾ ਲਿਆ। ਗੁਰੂ ਸਾਹਿਬ ਨੇ ਤੇ ਅੰਮ੍ਰਿਤਸਰ ਦੀ ਗੱਲ ਕੀਤੀ, ਲਾਹੌਰ ਤੋਂ ਹੀ ਇੰਜ ਆ ਗਏ ਆਏ। ਹਾਂਜੀ, ਢੋਲ ਵਜੈ ਸੁਨ ਸ਼ਬਦ ਕੋ ਹੈ ਰਹਿ ਨਰ ਨਾਰੀ। ਹੁਣ ਅੱਗੇ ਅੱਗੇ ਢੋਲ ਵੱਜਦਾ ਹੈ ਜੀ। ਤੁਹਾਨੂੰ ਪਤਾ ਇੱਥੋਂ ਗਲੀ ਚੋਂ ਢੋਲੀ ਨੰਗੇ ਢੋਲ ਵਜਾਉਂਦਾ, ਲੋਕ ਵੇਖਦੇ ਪਤਾ ਨਹੀਂ ਕੀ ਗੱਲ ਹੈ। ਇਸੇ ਤਰ੍ਹਾਂ ਉਦੋਂ ਵੇਖਦੇ ਆ। ਹਾਂਜੀ, ਗਰੀ ਗਰੀ ਫਿਰ ਸਭ ਪੁਰੀ ਸਿੱਖ ਪਰ ਉਪਕਾਰੀ। ਹਰ ਇੱਕ ਗਲੀ ਦੇ ਵਿੱਚ ਭਾਈ ਲੱਦਾ ਜੀ ਫਿਰੇ ਨੇ ਜੀ। ਧੰਨ ਹੈ ਪਰਉਪਕਾਰੀ ਐਸੇ ਸਿੱਖ। ਇਹਨਾਂ ਨੂੰ ਆਪਾਂ ਕਹਿ ਸਕਦੇ ਹਾਂ ਜਨ ਪਰਉਪਕਾਰੀ ਆਏ। ਹਾਂਜੀ, ਥੜੇ ਸੁਹਾਵਤ ਗੁਰੂ ਜੀ ਇਮ ਸੁਨ ਕੈ ਕਾਨਾ। ਢੋਲ ਵੱਜਣ ਦੀ ਆਵਾਜ਼ ਮਹਾਰਾਜ ਦੇ ਕੰਨਾਂ 'ਚ ਪਈ। ਸੱਚੇ ਪਾਤਸ਼ਾਹ ਕਿੱਥੇ ਬੈਠੇ ਨੇ? ਮਹਾਰਾਜ ਥੜਾ ਸਾਹਿਬ ਬੈਠੇ ਨੇ ਜੀ। ਥੜਾ ਸਾਹਿਬ ਕਿਹੜਾ ਜੀ? 860 ਤੀਰਥ ਵਾਲਾ ਜੀ। ਹਾਂਜੀ, ਤਿਤ ਕੋ ਗਰਦਬ ਪ੍ਰੇਰ ਕੈ ਆਇਓ ਸਮੁਹਾਨਾ। ਭਾਈ ਲੱਦਾ ਜੀ ਆਪਣੇ ਗਧੇ ਨੂੰ ਉਸ ਪਾਸੇ ਕਰਕੇ ਮਹਾਰਾਜ ਜੀ ਵਾਲੇ ਪਾਸੇ ਆ ਰਹੇ ਨੇ ਜੀ। ਇੱਕ ਬੰਨੇ ਦੀਨ ਦੁਨੀਆ ਦਾ ਸ਼ਹਿਨਸ਼ਾਹ ਬੈਠਾ ਹੈ, ਜਿਹਦੇ ਮਨ ਵਿੱਚ ਸਦਾ ਹੀ ਪਰਉਪਕਾਰ ਹੈ। ਦੂਜੇ ਬੰਨੇ ਉਸੇ ਸ਼ਹਿਨਸ਼ਾਹ ਦਾ ਪੁੱਤਰ ਸਿੱਖ ਇੱਕ ਪਰਉਪਕਾਰ ਕਰਨ ਵਾਸਤੇ ਇਸ ਤਰ੍ਹਾਂ ਦਾ ਰੂਪ ਬਣਾ ਕੇ ਆ ਰਿਹਾ ਹੈ ਜੀ। ਹਾਂਜੀ, ਦੋਹਰਾ ਲੱਦਾ ਪਰਉਪਕਾਰ ਹਿਤ ਸੰਕ ਨਹੀਂ ਮਨ ਕੀਨ। ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਗੱਜ ਕੇ ਵਾਹਿਗੁਰੂ। ਕਹਿੰਦੇ ਭਾਈ ਲੱਦਾ ਜੀ ਦੇ ਮਨ 'ਚ ਪਰਉਪਕਾਰ ਇੰਨਾ ਚੱਲਦਾ ਹੈ, ਉਹਨਾਂ ਨੇ ਮਨ 'ਚ ਕੋਈ ਸ਼ੰਕਾ ਨਹੀਂ ਰੱਖੀ ਜੀ। ਬੜੀਆਂ ਗੱਲਾਂ ਬੰਦੇ ਦੇ ਮਨ 'ਚ ਚੱਲਦੀਆਂ ਰਹਿੰਦੀਆਂ ਜੀ। ਹਾਂਜੀ, ਇਨਕੋ ਬਖਸ਼ ਹੈ ਸ੍ਰੀ ਗੁਰੂ ਕਿਆ ਮੇਰੋ ਹੋਏ ਹੀਨ। ਪਤਾ ਕੀ ਸੋਚਦੇ ਭਾਈ ਲੱਦਾ ਜੀ? ਮੇਰਾ ਕੀ ਘਟ ਜਾਣਾ ਹੈ ਜੇ ਮੇਰਾ ਇਸ ਤਰ੍ਹਾਂ ਦਾ ਰੂਪ ਬਣਾਇਆ, ਸੱਤਾ ਤੇ ਬਲਵੰਡਾ ਬਖਸ਼ਿਆ ਜਾਵੇ, ਮੇਰਾ ਕੀ ਘਟ ਜਾਏਗਾ? ਪਰ ਆਮ ਬੰਦਾ ਨਹੀਂ ਸੋਚਦਾ। ਆਪਾਂ ਕੀ ਸੋਚਦੇ ਆਂ? ਲੈ ਸਾਡਾ ਕੀ ਬਣੇਗਾ? ਇਹੋ ਗੱਲ ਹੈ ਨਾ ਵੀ ਇਹਦੇ ਨਾਲ ਇੰਜ ਕਰਤਾ, ਸਾਡਾ ਕੀ ਬਣੇਗਾ? ਪਰ ਭਾਈ ਲੱਦਾ ਜੀ ਸੋਚਦੇ ਮੇਰਾ ਕੀ ਘਟ ਜਾਏਗਾ। ਇਹ ਦ੍ਰਿਸ਼ਟੀ ਐਵੇਂ ਨਹੀਂ ਬਣਦੀ। ਨਾਮ ਜਪ ਜਪ ਕੇ ਜਿਨ੍ਹਾਂ ਦੀ ਬਿਰਤੀ ਅੰਤਰਮੁਖੀ ਹੋ ਜਾਵੇ ਨਾ, ਉਹਨਾਂ ਦੀ ਇਹ ਅਵਸਥਾ ਬਣਦੀ ਹੈ। ਹਾਂਜੀ, ਸੀਸ ਮੁੰਡਾਏ ਬਾਲ ਪੁਨ ਬਿਰਧ ਹੈ ਮੁਖ ਕਾਰੋ ਲਿਓ ਨੀਰ ਪਖਾਰ। ਕਹਿਣ ਲੱਗੇ ਸਿਰ ਦੇ ਵਾਲ ਕੱਟੇ ਆ ਨਾ, ਫੇਰ ਵੱਧ ਜਾਣਗੇ। ਲੱਦਾ ਜੀ ਸੋਚਦੇ, ਗੱਜ ਕੇ ਆਖੋ ਜੇ ਮਹਾਰਾਜ ਇਹਨਾਂ ਨੂੰ ਬਖਸ਼ ਲੈਣ, ਵਾਲ ਤੇ ਫਿਰ ਵੱਧ ਜਾਣਗੇ। ਮੂੰਹ ਕਾਲਾ, ਪਾਣੀ ਨਾਲ ਧੋ ਲਵਾਂਗਾ। ਹਾਂਜੀ, ਪਰ ਕਾਰਜ ਕਾਇਆ ਜੇ ਆਵ ਹੈ ਸਫਲ ਜਨਮ ਹੋਵੇ ਤਿਸ ਬਾਰ। ਜੇ ਮੇਰੇ ਸਰੀਰ ਰੂਪੀ ਮੁਖ ਨੂੰ ਕਾਲਾ ਕਰਕੇ ਗੁਰੂ ਕੇ ਇਹਨਾਂ ਕੀਰਤਨੀਆਂ ਨੂੰ ਗੁਰੂ ਜੀ ਬਖਸ਼ ਦੇਣ, ਮੇਰਾ ਤੇ ਜਨਮ ਹੀ ਸਫਲ ਹੋ ਜਾਏਗਾ। ਕਹਿਣ ਲੱਗੇ ਕਿਸੇ ਪਰਾਏ ਦਾ ਕਾਰਜ ਸਵਾਰਨ ਵਾਸਤੇ ਮੇਰਾ ਸਰੀਰ ਕੰਮ ਆ ਜੇ, ਹੋਰ ਕੀ ਚਾਹੀਦਾ ਹੈਗਾ ਜੀ। ਹਾਂਜੀ, ਹਿਰਦੈ ਬਿਖੈ ਚਿਤ ਵੈ ਉਪਕਾਰ ਹੈ ਸਤਿਗੁਰ ਚਰਨ ਪ੍ਰੇਮ ਕੋ ਧਾਰ। ਹੁਣ ਹਿਰਦੇ ਵਿੱਚ ਉਪਕਾਰ ਹੈ ਜੀ, ਵੀ ਕਿਸੇ ਤਰੀਕੇ ਨਾਲ ਮਹਾਰਾਜ ਸੱਤੇ ਬਲਵੰਡੇ ਨੂੰ ਬਖਸ਼ ਲੈਣ। ਤੇ ਮਨ ਵਿੱਚ ਗੁਰੂ ਸਾਹਿਬ ਜੀ ਦਾ ਅਥਾਹ ਪ੍ਰੇਮ ਭਰਿਆ ਹੋਇਆ ਜੀ। ਹਾਂਜੀ, ਅਦ ਕਬੀਰ ਸੰਗ ਢੋਲ ਬਜਤ ਬੜ ਸ਼ੋਰ ਹੋਤ ਬੋਲਤ ਨਰ ਨਾਰ। ਬੜੀ ਭੀੜ ਹੈ ਜੀ, ਬੜਾ ਰੌਲਾ ਪੈ ਰਿਹਾ, ਲੋਕ ਨਾਲ ਨਾਲ ਤੁਰੇ ਆ ਰਹੇ ਆ, ਢੋਲ ਵੱਜ ਰਿਹਾ, ਖੜਕਾ ਦੜਕਾ ਹੋ ਰਿਹਾ। ਹਾਂਜੀ, ਆਇਓ ਨਿਕਟ ਸੁਨੀ ਤੁਨ ਸ੍ਰੀ ਗੁਰ ਬੂਝਨ ਲਗੇ ਲੋਕ ਜੇ ਤੀਰ। ਆਖੋ ਵਾਹਿਗੁਰੂ ਵਾਹਿਗੁਰੂ। ਸੰਗਤ ਜੀ ਗੱਜ ਕੇ ਵਾਹਿਗੁਰੂ। ਦਰਬਾਰ ਸਾਹਿਬ ਪਰਕਰਮਾਂ 'ਚ ਥੜਾ ਸਾਹਿਬ ਤੇ ਗੁਰੂ ਅਰਜਨ ਦੇਵ ਜੀ ਬੈਠੇ ਹੋਏ ਨੇ ਜੀ। ਭਾਈ ਲੱਦਾ ਜੀ ਉਸ ਪਾਸੇ ਆ ਰਹੇ, ਅੱਗੇ ਅੱਗੇ ਢੋਲ ਤੇ ਪਿੱਛੇ ਕਈ 100 ਮਨੁੱਖ ਤੁਰਿਆ ਆ ਰਿਹਾ ਜੀ। ਤੇ ਉਹਨਾਂ ਦੇ ਨਾਲ ਨਾਲ ਮਗਰ ਮਗਰ ਸੱਤਾ ਤੇ ਬਲਵੰਡਾ ਵੀ ਆ ਰਹੇ ਨੇ ਜੀ। ਕਹਿੰਦੇ ਉਹਨਾਂ ਦੇ ਆਉਣ ਦੀ ਆਵਾਜ਼, ਢੋਲ ਦੀ ਆਵਾਜ਼
ਜਦੋਂ ਸਮਰੱਥ ਗੁਰੂ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਕੰਨਾਂ ਵਿੱਚ ਪਈ ਹੈ। ਮਹਾਰਾਜ ਨੇ ਪੁੱਛਿਆ, ਹਾਂਜੀ, ਕੋ ਆਵਤ ਵੱਡ ਸ਼ੋਰ ਮਚਾਵਤ ਢੋਲ ਵਜਾਵਤ ਲਖਿਅਤ ਭੀਰ। ਮਹਾਰਾਜ ਕਹਿਣ ਲੱਗੇ, ਭਾਈ ਕੌਣ ਆ ਰਿਹਾ ਇੰਨਾ ਰੌਲਾ ਪਾ ਕੇ, ਢੋਲ ਵਜਾ ਕੇ ਕੌਣ ਆ ਰਿਹਾ ਸਾਡੇ ਕੋਲ? ਹਾਂਜੀ, ਕੌਣ ਦੇਸ਼ ਕੀ ਸੰਗਤ ਹੈ ਇਹ ਸਭ ਲਖ ਪੂਛਤ ਗੁਨੀ ਗਹੀਰ। ਅੱਛਾ, ਸਭ ਕੁਝ ਪਤਾ ਵੀ ਹੈ, ਫਿਰ ਵੀ ਪੁੱਛ ਰਹੇ ਨੇ ਮਹਾਰਾਜ। ਮਹਾਰਾਜ ਕਹਿਣ ਲੱਗੇ, ਕਿਹੜੇ ਦੇਸ਼ ਦੀ ਸੰਗਤ ਆ ਰਹੀ ਹੈ? ਪਹਿਲਾਂ ਹੁੰਦਾ ਸੀ ਨਾ, ਜਦੋਂ ਸੰਗਤ ਆਉਂਦੀ ਨਾਲ ਢੋਲ ਲੈ ਕੇ ਆਉਂਦੇ ਜੀ, ਕਿਸੇ ਦੇਸ਼ ਦੀ ਸੰਗਤ ਆ ਰਹੀ ਹੈ। ਹਾਂਜੀ, ਹਾਥ ਜੋਰ ਸਿੱਖ ਕਹੀ ਬਾਰਤਾ ਸਿੱਖੀ ਧਨ ਸਿੱਧਕ ਪ੍ਰਭ ਧੀਰ। ਤੇ ਸਾਧ ਸੰਗਤ ਜੀ, ਦੱਸਣ ਵਾਲੇ ਸਿੱਖ ਦੇ ਨੇਤਰਾਂ 'ਚ ਬੈਰਾਗ ਆ ਗਿਆ ਜੀ। ਗੱਜ ਕੇ ਆਖੋ ਵਾਹਿਗੁਰੂ। ਉਸ ਸਿੱਖ ਨੇ ਗੁਰੂ ਅਰਜਨ ਸਾਹਿਬ ਜੀ ਅੱਗੇ ਹੱਥ ਜੋੜੇ, ਦਾਤਾ ਜੀ ਮਹਾਰਾਜ ਕਿਸੇ ਦੇਸ਼ ਦੀ ਸੰਗਤ ਨਹੀਂ ਆ ਰਹੀ, ਤੁਹਾਡਾ ਧਨ ਸਿੱਖੀ ਸਿਦਕਾ, ਵਾਹਿਗੁਰੂ ਸਿਦਕੀ ਸਿੱਖ ਆ ਰਿਹਾ। ਕਹਿਣ ਲੱਗੇ, ਧੰਨ ਮਹਾਰਾਜ ਤੁਹਾਡੀ ਸਿੱਖੀ, ਧੰਨ ਤੁਹਾਡੇ ਸਿੱਖਾਂ ਦਾ ਸਿਦਕ। ਹਾਂਜੀ, ਲੱਦਾ ਗੁਰਮੁਖ ਪਰ ਉਪਕਾਰੀ ਬਾਗ ਗੁਰੂ ਤੇ ਬੇਖ ਬਣਾਏ। ਸੱਚੇ ਪਾਤਸ਼ਾਹ ਤੁਹਾਡੇ ਬਚਨਾਂ ਨੂੰ ਮੰਨਦਿਆਂ ਹੋਇਆਂ ਤੁਹਾਡਾ ਪਿਆਰਾ ਸਿੱਖ ਭਾਈ ਲੱਦਾ ਮਹਾਰਾਜ ਜੋ ਭੇਖ ਬਣਾ ਕੇ ਆ ਰਿਹਾ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਹਾਂਜੀ, ਗਦੇ ਅਰੂਡਿਓ ਕਰ ਮੁਖ ਕਾਰੋ ਸੀਸ ਮੁੰਡਾਏ ਢੋਲ ਵਜਵਾਏ। ਮਹਾਰਾਜ ਗਧੇ ਦੇ ਉੱਤੇ ਬੈਠੇ ਐ, ਮੁਖ ਕਾਲਾ ਕੀਤਾ, ਸਿਰ ਮੁਨਵਾਇਆ ਤੇ ਢੋਲ ਵਜਾ ਕੇ ਆ ਰਹੇ ਨੇ। ਹਾਂਜੀ, ਫਿਰਿਓ ਨਗਰ ਤਿਸਕੇ ਹਿਤ ਹੇਰਨ ਆਵਤ ਲੋਕ ਬ੍ਰਿੰਦਸ ਬਿਸਮਾਏ। ਸਾਰੇ ਨਗਰ 'ਚ ਫਿਰਿਆ ਮਹਾਰਾਜ ਭਾਈ ਲੱਦਾ, ਉਹਨੂੰ ਵੇਖ ਵੇਖ ਕੇ ਨਾ ਲੋਕ ਨਾਲ ਨਾਲ ਆ ਰਹੇ ਨੇ। ਹਾਂਜੀ, ਇਤਨੇ ਮੈਂ ਸਨਮੁਖ ਭਾ ਗੁਰ ਕੇ ਦਰਸ਼ਨ ਦੇਖਤ ਪ੍ਰੇਮ ਵਧਾਏ। ਤੇ ਇਤਨੇ ਮੈਂ ਸਨਮੁਖ ਭਾ ਗੁਰ ਕੇ, ਕੱਜ ਕੇ ਆਖੋ ਵਾਹਿਗੁਰੂ। ਅਜੇ ਸਿੱਖ ਦੱਸ ਹੀ ਰਿਹਾ ਸੀਗਾ, ਉਹਨੇ ਚਿਰ ਨੂੰ ਗਧੇ ਤੇ ਬੈਠੇ ਮੁਖ ਕਾਲਾ ਕੀਤਾ ਭਾਈ ਲੱਦਾ ਜੀ ਸਾਹਮਣੇ ਆ ਗਏ ਜੀ। ਫਿਰ ਕਿੱਥੇ ਪੰਗਤੀ? ਇਤਨੇ ਮੈਂ ਸਨਮੁਖ ਭਾ ਗੁਰ ਕੇ ਦਰਸ਼ਨ ਦੇਖਤ ਪ੍ਰੇਮ ਵਧਾਏ। ਜਦੋਂ ਭਾਈ ਲੱਦਾ ਜੀ ਨੇ ਗਧੇ ਤੇ ਬੈਠਿਆਂ ਹੀ ਆਪਣੇ ਗੁਰੂ ਜੀ ਦੇ ਦਰਸ਼ਨ ਕੀਤੇ, ਮਨ 'ਚ ਪ੍ਰੇਮ ਹੋਰ ਵੱਧ ਗਿਆ ਜੀ। ਹਾਂਜੀ, ਹਾਥ ਬੰਦ ਕਰ ਬੰਧਨ ਕੀਨਸ ਪਦ ਅਰਬੰਦ ਹੈ ਦ੍ਰਿਸ਼ਟ ਲਗਾਏ। ਸਾਧ ਸੰਗਤ ਜੀ ਉਤਰੇ ਨਹੀਂ, ਗਧੇ ਤੋਂ ਨਹੀਂ ਉਤਰੇ, ਕਿਉਂਕਿ ਬਚਨ ਹੈ ਮਹਾਰਾਜ ਦਾ। ਉੱਥੋਂ ਹੀ ਮਹਾਰਾਜ ਦੇ ਚਰਨਾਂ ਵੱਲ ਵੇਖ ਕੇ ਨਾ ਹੱਥ ਜੋੜ ਕੇ ਮੱਥਾ ਟੇਕਿਆ ਜੀ। ਉੱਤੇ ਬੈਠੇ ਹੀ ਗਧੇ ਦੇ ਜੀ, ਧੰਨ ਸਿੱਖ ਹੈ ਜੀ। ਹਾਂਜੀ, ਗਰਦ ਬਚੜਿਓ ਸਤਤ ਕੋ ਉਚਰਤ ਕਿਰਪਾ ਨਿਧਾਨ ਨਾਮ ਤੁਮ ਗਾਏ। ਤੇ ਸਾਧ ਸੰਗਤ ਜੀ ਗਧੇ ਤੇ ਬੈਠਿਆਂ ਹੀ ਫਿਰ ਸਿਫਤਾਂ ਕੀਤੀਆਂ, ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਲੋਕ ਤੁਹਾਨੂੰ ਕਿਰਪਾ ਨਿਧਾਨ ਕਹਿੰਦੇ ਆ, ਲੋਕ ਤੁਹਾਨੂੰ ਮਹਾਰਾਜ ਕਿਰਪਾ ਦਾ ਖਜ਼ਾਨਾ ਕਹਿੰਦੇ ਆ। ਹਾਂਜੀ, ਪਤਿਤਨ ਪਾਵਨ ਅਦਮ ਉਦਾਹਰਨ ਗੁਰੂ ਗਰੀਬ ਨਿਵਾਜ ਅਲਾਏ। ਹੇ ਸੱਚੇ ਪਾਤਸ਼ਾਹ ਗਰੀਬ ਨਵਾਜ, ਤੁਸੀਂ ਪਤਿਤਾਂ ਨੂੰ ਪਾਵਨ ਕਰਨ ਵਾਲੇ ਹੋ, ਤੁਸੀਂ ਨੀਚਾਂ ਦਾ ਉਧਾਰ ਕਰਨ ਵਾਲੇ ਹੋ ਮਹਾਰਾਜ, ਤੁਸੀਂ ਗਰੀਬਾਂ ਨੂੰ ਨਿਵਾਜਣ ਵਾਲੇ ਹੋ। ਹਾਂਜੀ, ਦਾਸ ਬਰਿੰਦ ਬਖਸ਼ਿੰਦ ਬਿਲੰਦੇ ਚੰਦ ਮਨਿੰਦ ਆਨੰਦ ਉਪਾਏ। ਹੇ ਸੱਚੇ ਪਾਤਸ਼ਾਹ ਆਪਣੇ ਦਾਸਾਂ ਦੀਆਂ ਭੁੱਲਾਂ ਨੂੰ ਮਾਫ ਕਰਨ ਵਾਲੇ ਹੋ ਤੁਸੀਂ ਮਹਾਰਾਜ, ਕਿਰਪਾ ਕਰੋ, ਵੱਡੇ ਵੱਡੀਆਂ ਭੁੱਲਾਂ ਨੂੰ ਬਖਸ਼ਣ ਵਾਲੇ ਹੋ ਤੁਸੀਂ। ਇਹ ਗਧੇ ਤੇ ਚੜ ਕੇ ਬੋਲ ਰਹੇ ਜੀ। ਹਾਂਜੀ, ਰਿਸ ਪ੍ਰਸੰਨਤਾ ਸਫਲ ਤੁਮਾਰੀ। ਮਹਾਰਾਜ ਆਪ ਜੀ ਦਾ ਗੁੱਸਾ, ਰਿਸ ਵੀਰ ਰਸ ਤੇ ਆਪ ਜੀ ਦੀ ਪ੍ਰਸੰਨਤਾ ਦੋਵੇਂ ਹੀ ਸਫਲੀਆਂ ਹਨ। ਜੇ ਕਿਸੇ ਤੇ ਨਾਰਾਜ਼ਗੀ ਧਾਰਨ ਕਰੋ ਤਾਂ ਉਹਦੀਆਂ ਜੜ੍ਹਾਂ ਪੁੱਟੀਆਂ ਜਾਂਦੀਆਂ ਨੇ, ਜੇ ਕਿਸੇ ਤੇ ਮਿਹਰ ਕਰੋ ਤੇ ਸੱਚਖੰਡ 'ਚ ਮਹੱਲ ਪੈ ਜਾਂਦੇ ਉਹਦੇ ਜੀ। ਹਾਂਜੀ, ਸਿਮਹੋਂ ਭੂਲ ਨਿਜ ਦਾਸ ਪਛਾਨ। ਤੇ ਮਹਾਰਾਜ ਸੱਤੇ ਬਲਵੰਡੇ ਨੂੰ ਆਪਣੇ ਸੇਵਕ ਜਾਣ ਕੇ ਉਹਨਾਂ ਦੀ ਭੁੱਲ ਬਖਸ਼ ਲਓ ਮਹਾਰਾਜ। ਕੋਈ ਨਹੀਂ ਕਹਿੰਦਾ ਜੀ ਮੈਨੂੰ ਮਾਫ ਕਰਿਓ, ਸੱਚੀ ਗੱਲ ਹੈ। ਕੋਈ ਥੋੜਾ ਬਹੁਤਾ ਨਿਤਨੇਮੀ ਹੋਵੇ ਨਾ, ਉਹਨੂੰ ਕੋਈ ਕਹੇ ਜੀ ਭਾਈ ਸਾਹਿਬ ਸਾਡੀ ਅਰਦਾਸ ਕਰ ਦਿਓ, ਉਹ ਅਰਦਾਸ ਨਹੀਂ ਤੇ ਕਰਦਾ ਕਿਸੇ ਦੀ ਛੇਤੀ ਜੀ।
ਕਿਉਂ ਨਹੀਂ ਕਰਦਾ? ਕਹਿੰਦੇ ਜੀ ਸਾਡਾ ਨਿਤਨੇਮ ਜਾਂਦਾ ਹੈ। ਆਖੋ ਵਾਹਿਗੁਰੂ ਵਾਹਿਗੁਰੂ। ਇਹੋ ਗੱਲ ਹੈ ਨਾ। ਉਹ ਕਹਿੰਦੇ ਜੀ ਗ੍ਰੰਥੀ ਕਰੇ ਜੀ, ਉਹਦੀ ਡਿਊਟੀ ਹੈਗੀ ਹੈ। ਕਹਿਣ ਲੱਗੇ ਅਸੀਂ ਨਹੀਂ ਕਿਸੇ ਦੀ ਅਰਦਾਸ ਕਰਨੀ ਜੀ, ਤੇ ਆ ਤੇ ਅਰਦਾਸ ਤੋਂ ਵੀ ਅੱਗੇ ਦਾ ਕੰਮ ਹੈਗਾ ਜੀ। ਹਾਂਜੀ। ਆਗਿਆ ਮਾਨ ਪ੍ਰਥਮ ਕੀ ਇਮ ਕੀਏ, ਅਪਰ ਸਜਾਏ ਉਚਿਤ ਕੁਛ ਜਾਨ। ਮਹਾਰਾਜ ਤੁਹਾਡੀ ਮੈਂ ਆਗਿਆ ਮੰਨ ਕੇ ਇਹ ਸਾਰਾ ਕੁਝ ਕੀਤਾ। ਤੁਸੀਂ ਕਿਹਾ ਸੀ ਮੂੰਹ ਕਾਲਾ ਕੀਤਾ ਜਾਏਗਾ, ਗਧੇ ਤੇ ਚੜਾਇਆ ਜਾਏਗਾ, ਮੁੰਡਨ ਹੋ ਜਾਏਗਾ ਕੇਸਾਂ ਦਾ, ਢੋਲ ਲੱਗੇ ਹੋਏਗਾ, ਨਗਰ ਦੀ ਫੇਰੀ ਹੋਏਗੀ, ਉਹ ਤੇ ਮੈਂ ਸਾਰਾ ਕੁਝ ਕਰ ਲਿਆ। ਸੱਚੇ ਪਾਤਸ਼ਾਹ ਹੋਰ ਦੱਸੋ ਕੀ ਕਰਨਾ ਹੈ ਮਹਾਰਾਜ, ਹੋਰ ਕੋਈ ਸੁਝਾਅ ਦੱਸੋ। ਹਾਂਜੀ। ਸੋ ਦੀ ਜਹ ਨਹਿ ਦੇਰ ਕਰੀ ਜਹ, ਪੁਨ ਮੈਂ ਅਰਜ ਗੁਜ਼ਾਰਨ ਠਾਨ। ਸੱਚੇ ਪਾਤਸ਼ਾਹ ਜਿਹੜੀ ਸਜ਼ਾ ਦਿਓਗੇ ਮਹਾਰਾਜ ਮੈਂ ਮੰਨਾਂਗਾ, ਮੈਂ ਭੁਗਤਾਂਗਾ, ਪਰ ਮੇਰੀ ਅਰਜ਼ ਜ਼ਰੂਰ ਮੰਨ ਲਓ ਮਹਾਰਾਜ। ਹਾਂਜੀ। ਦੀਨ ਬੰਦ ਪ੍ਰਭ ਦਇਆ ਸਿੰਧ ਗੁਰ ਬੁੱਧ, ਅੰਧੇ ਕੋਹ ਦੇ ਦ੍ਰਿਗ ਗਿਆਨ। ਕਹਿਣ ਲੱਗੇ ਦੀਨ ਬੰਦ ਪ੍ਰਭ ਦਇਆ ਸਿੰਧ ਗੁਰ, ਗੱਜ ਕੇ ਆਖੋ ਦਇਆ ਦੇ ਸਮੁੰਦਰ ਨੇ ਸੱਚੇ ਪਾਤਸ਼ਾਹ ਗੁਰੂ ਅਰਜਨ ਦੇਵ ਜੀ। ਕੋਈ ਗੁਰੂ ਪੱਥਰ ਦਿਲ ਥੋੜੀ ਹੈ। ਚੇਤਾ ਰੱਖਿਓ ਸੰਗਤ ਜੀ, ਬੰਦਾ ਪੱਥਰ ਦਿਲ ਹੋਏਗਾ, ਗੁਰੂ ਪੱਥਰ ਦਿਲ ਨਹੀਂ ਹੈਗੇ ਜੀ। ਕਹਿੰਦੇ ਬੁੱਧ ਅੰਧੇ ਕਹੋ ਦ੍ਰਿਗ ਦੇ ਗਿਆਨ। ਮਹਾਰਾਜ ਤਾਂ ਅੰਨਿਆਂ ਨੂੰ ਨੇਤਰ ਦੇਣ ਵਾਲੇ ਨੇ, ਬੁੱਧੀ ਪ੍ਰਦਾਨ ਕਰਨ ਵਾਲੇ ਨੇ। ਹਾਂਜੀ। ਸ਼੍ਰੀ ਅਰਜਨ ਅਵਲੋਕਨ ਕੀਨਸ। ਜਦੋਂ ਧੰਨ ਗੁਰੂ ਅਰਜਨ ਦੇਵ ਮਹਾਰਾਜ ਨੇ ਭਾਈ ਲੱਧਾ ਜੀ ਸਿਆਣੇ ਸਿੱਖ ਵੇਖਿਆ ਸਰੀਰ ਦਾ ਕੀ ਹਾਲ ਬਣਾਇਆ, ਗਧੇ ਤੇ ਚੜੇ ਹੋਏ ਆ, ਸੱਤੇ ਤੇ ਬਲਵੰਡੇ ਨੂੰ ਬਖਸ਼ਾਉਣ ਦੀਆਂ ਬੇਨਤੀਆਂ ਕਰਦੇ ਆ। ਜਦੋਂ ਮਹਾਰਾਜ ਉਹਨਾਂ ਵੱਲ ਦੇਖਦੇ ਆ, ਲੋਚਨ ਜਲ ਪੂਰਨ ਹੋਏ ਆਏ। ਕਮਾਲ ਹੋ ਗਈ। ਗੁਰੂ ਅਰਜਨ ਦੇਵ ਮਹਾਰਾਜ ਦੇ ਨੇਤਰਾਂ ਚੋਂ ਬੈਰਾਗ ਆ ਗਿਆ ਜੀ। ਆਖੋ ਵਾਹਿਗੁਰੂ। ਆ ਹੈ ਸਿੱਖ ਦੀ ਕਰਨੀ। ਤੇ ਇਧਰ ਤਲਵਾਰਾਂ ਕੱਢ ਕੇ ਬੈਠੇ ਆ ਵੀ ਸਿੱਖ ਸਿੱਖ ਨੂੰ ਮਾਰ ਦੇਣਾ ਸੀ, ਜਿਉਂਦਾ ਨਹੀਂ ਛੱਡਣਾ ਤੈਨੂੰ। ਇੱਕ ਸਿੱਖ ਕੋ ਭੁੱਲ ਹੋ ਗਈ, ਦੂਜਾ ਸਿੱਖ ਬਖਸ਼ਾਉਣ ਵਾਸਤੇ ਸਾਰੀ ਸਜ਼ਾ ਆਪ ਭੁਗਤ ਰਿਹਾ ਹੈ ਜੀ। ਮਹਾਰਾਜ ਦੇ ਨੇਤਰਾਂ 'ਚ ਜਲ ਆ ਗਿਆ, ਸੰਗਤ ਵੇਖ ਰਹੀ ਸਾਰੀ ਜੀ। ਹਾਂਜੀ। ਗੁਰ ਮਾਰੇ ਕੋ ਸਿੱਖੇ ਬਚਾਵ ਹੈ, ਸਿੱਖ ਮਾਰੇ ਤਿਸ ਨਹਿ ਕਿਤ ਥਾਏ। ਸੱਚੇ ਪਾਤਸ਼ਾਹ ਜੀ ਨੇ ਬਚਨ ਕੀਤਾ, ਸਿੱਖੋ ਗੁਰੂ ਦੇ ਮਾਰੇ ਹੋਏ ਨੂੰ ਸਿੱਖ ਬਚਾ ਲਏਗਾ, ਸਿੱਖ ਦੇ ਮਾਰੇ ਹੋਏ ਨੂੰ ਕੋਈ ਵੀ ਨਹੀਂ ਬਚਾ ਸਕਦਾ। ਕਹਿਣ ਲੱਗੇ ਬਾਣੀ ਚਾਹੁੰਦਾ ਨਾ, ਮੇਰੀ ਬਾਂਦੀ ਭਗਤ ਛੁਡਾਵੈ, ਬਾਂਦੀ ਭਗਤ ਨਾ ਛੂਟੈ ਮੋਹ ਹੈ। ਕਹਿੰਦੇ ਰੱਬ ਦਾ ਭਗਤ ਰੱਬ ਤੋਂ ਵੀ ਵੱਡਾ ਹੈ, ਗੁਰੂ ਦਾ ਸਿੱਖ ਕਿਤੇ ਗੁਰੂ ਤੋਂ ਵੀ ਵੱਡਾ ਬਣ ਜਾਂਦਾ ਜੀ। ਫਿਰ ਵੀ ਉਹ ਨੀਵਾਂ ਰਹਿੰਦਾ ਮਨੋ ਜੀ। ਮਹਾਰਾਜ ਕਹਿਣ ਲੱਗੇ ਜਿਹੜਾ ਜਿਹਨੂੰ ਸਿੱਖ ਫਿਟਕਾਰਦੇ ਨਾ ਉਹਨੂੰ ਗੁਰੂ ਵੀ ਨਹੀਂ ਰੱਖਦਾ ਜੀ। ਹਾਂਜੀ। ਤਪਤ ਹਥੈ ਤਰ ਜਲ ਮਿਲ ਜੀਵੈ, ਜਲ ਤੇ ਹੱਥ ਹੋਏ ਤਬ ਸਸੁਕਾਏ। ਕਹਿਣ ਲੱਗੇ ਗਰਮੀ ਦਾ ਮਾਰਿਆ ਰੁੱਖ ਹੋਵੇ ਨਾ, ਪਾਣੀ ਪਾਓ ਹਰਾ ਹੋ ਜਾਏਗਾ, ਪਰ ਜਿਹਨੂੰ ਪਾਣੀ ਦੀ ਮਾਰ ਪੈ ਜਾਵੇ ਨਾ ਉਹ ਨਹੀਂ ਹਰਾ ਹੁੰਦਾ ਬਾਅਦ ਵਿੱਚ ਜੀ। ਸਿੱਖ ਪਾਣੀ ਹੈ। ਹਾਂਜੀ। ਘਾਵ ਸੁਗਮ ਲਾਗੇ ਹੋਏ ਜੀਵਨ, ਛਲ ਤੇ ਬਚੇ ਨਾ ਪ੍ਰਾਨ ਨਸਾਏ। ਬੜੇ ਜ਼ਖਮ ਹੋਏ ਹੋਣ ਫਿਰ ਵੀ ਉਸ ਬੰਦੇ ਦਾ ਬਚਾਓ ਹੋ ਜਾਂਦਾ, ਪਰ ਕੋਈ ਪਿੱਛੋਂ ਧੋਖੇ ਨਾਲ ਮਾਰ ਦਵੇ ਫਿਰ ਉਹਦਾ ਬਚਾਅ ਨਹੀਂ ਹੁੰਦਾ। ਮਹਾਰਾਜ ਕਹਿਣ ਲੱਗੇ ਜਿਹਨੂੰ ਸਿੱਖ ਸਰਾਪ ਦਵੇ ਨਾ ਉਹਨੂੰ ਮੈਂ ਵੀ ਨਹੀਂ ਬਖਸ਼ਦਾ, ਮੇਰੇ ਸਰਾਪੇ ਹੋਏ ਨੂੰ ਸਿੱਖ ਬਖਸ਼ਾ ਸਕਦਾ। ਮਹਾਰਾਜ ਕਹਿਣ ਲੱਗੇ ਕੋਈ ਉਦਮ ਕਰੇ ਫੇਰ ਹੈ ਨਾ। ਗੱਜ ਕੇ ਆਖੋ ਤੇ ਬਖਸ਼ ਲਏ ਸਭ ਸੱਚਾ ਸਾਹਿਬ, ਸੁਣ ਨਾਨਕ ਕੀ ਅਰਦਾਸਾ। ਹਾਂਜੀ। ਸਿੱਖ ਸੰਗਤ ਕੋ ਇਮ ਸੁਨਾਏ, ਕਰ ਭਏ ਪ੍ਰੇਮ ਬਸ ਕਹਿਓ ਨਾ ਜਾਏ। ਕਹਿੰਦੇ ਮਹਾਰਾਜ ਨੇ ਜਦੋਂ ਇਹ ਬਚਨ ਕੀਤੇ ਪ੍ਰੇਮ ਵਸ ਹੋ ਗਏ। ਗੁਰੂ ਅਰਜਨ ਦੇਵ ਜੀ ਕੋ ਬੋਲਿਆ ਨਹੀਂ ਜਾ ਰਿਹਾ ਜੀ, ਇਹਨਾਂ ਮਹਾਰਾਜ ਪ੍ਰੇਮ ਵਸ ਹੋ ਗਏ ਜੀ। ਹਾਂਜੀ।
ਪਠੇ ਦਾਸ ਖਰਤੇ ਉਤਰਾਇਓ ਪੁਨ ਇਸ਼ਨਾਨ ਨੀਕੇ ਕਰਵਾਏ। ਸੇਵਕ ਭੇਜੇ ਆ, ਮਹਾਰਾਜ ਕਹਿਣ ਲੱਗੇ ਭਾਈ ਲੱਦੇ ਨੂੰ ਨਾ ਗਧੇ ਤੋਂ ਉਤਾਰੋ, ਇਸ਼ਨਾਨ ਕਰਵਾਓ। ਕਹਿਣ ਲੱਗੇ ਇਹਨੂੰ ਇਸ਼ਨਾਨ ਕਰਵਾਓ, ਆਖੋ ਹਾਂਜੀ। ਪਟ ਪਹਿਰਾਏ ਨਿਕਟ ਤਬ ਆਇਓ। ਇਸ਼ਨਾਨ ਕਰਵਾਇਆ ਗਿਆ, ਨਵੇਂ ਬਸਤਰ ਪਵਾਏ ਤੇ ਭਾਈ ਲੱਦਾ ਜੀ ਨੂੰ ਨੇੜੇ ਲੈ ਕੇ ਆਏ ਮਹਾਰਾਜ ਦੇ ਜੀ। ਹਾਂਜੀ। ਗੁਰ ਪਗ ਪੰਕਜ ਰਹਿ ਲਪਟਾਏ। ਆਉਂਦਿਆਂ ਭਾਈ ਲੱਦਾ ਜੀ ਨੇ ਕੀ ਕੀਤਾ, ਇੱਧਰ ਧਿਆਨ ਦਿਓ, ਆਖੋ ਵਾਹਿਗੁਰੂ ਵਾਹਿਗੁਰੂ। ਆਉਂਦਿਆਂ ਭਾਈ ਲੱਦਾ ਜੀ ਨੇ ਗੁਰੂ ਅਰਜਨ ਦੇਵ ਜੀ ਦੇ ਚਰਨਾਂ ਨੂੰ ਜੱਫਾ ਮਾਰ ਲਿਆ ਜੀ। ਹਾਂਜੀ। ਬੂਝਿਓ ਕਹੋ ਲੱਦਾ ਕਿਸ ਕਾਰਨ, ਇਹ ਅਨਬਨ ਤਨ ਬੇਖ ਬਣਾਏ। ਫਿਰ ਵੀ ਮਹਾਰਾਜ ਕਹਿਣ ਲੱਗੇ ਉਹ ਭਾਈ ਲੱਦੇ ਇਹ ਕਿਉਂ ਭੇਖ ਬਣਾਇਆ ਸੀ, ਸਾਰਾ ਕਹਿਣ ਲੱਗੇ। ਹਾਂਜੀ। ਤੁਮ ਅੰਤਰ ਜਾਮੀ ਸਭ ਜਾਨੋ, ਛਪੀ ਬਾਰਤਾ ਜਗ ਨਹਿ ਕੋਏ। ਭਾਈ ਲੱਦਾ ਜੀ ਕਹਿੰਦੇ ਮਹਾਰਾਜ ਤੁਸੀਂ ਅੰਤਰਜਾਮੀ, ਤੁਹਾਨੂੰ ਪਤਾ ਮੈਂ ਕਿਉਂ ਕੀਤਾ ਸਾਰਾ ਕੁਛ। ਹਾਂਜੀ। ਆਗਿਆ ਮਾਨ ਤਉ ਮੈਂ ਭਾਖੋਂ, ਹੁਤੇ ਆਪ ਕੇ ਬਚ ਕੇ ਸੋਏ। ਫਿਰ ਵੀ ਤੁਹਾਡੀ ਆਗਿਆ ਮੰਨ ਕੇ ਮਹਾਰਾਜ ਮੈਂ ਇਹ ਸਾਰੀ ਗੱਲ ਦੱਸਦਾ, ਦੋਵਾਂ ਸਿੱਖਾਂ ਨੂੰ ਬਖਸ਼ਾਉਣ ਵਾਸਤੇ ਮੈਂ ਗਧੇ ਤੇ ਚੜ੍ਹਿਆ, ਵਾਲ ਮੁੰਡਵਾਏ ਆ ਤੇ ਸੱਚੇ ਪਾਤਸ਼ਾਹ ਮਹਾਰਾਜ ਢੋਲੀ ਅੱਗੇ ਲਾਇਆ, ਲਾਹੌਰ ਤੋਂ ਤੁਰਿਆ ਗਧੇ ਤੇ, ਸਾਰੇ ਸ਼ਹਿਰ ਦੀ ਪਰਿਕਰਮਾ ਕੀਤੀ ਹੈ। ਗੱਜ ਕੇ ਆਖੋ ਵਾਹਿਗੁਰੂ। ਤੇ ਮਹਾਰਾਜ ਆਪ ਕਿਰਪਾ ਕਰੋ, ਹੋਣੀ ਬੇਨਤੀ ਮੰਨ ਲਓ। ਹਾਂਜੀ। ਭੂਲ ਸ਼ਿਮਾਪਨ ਕਰੋ ਗੁਰੂ ਜੀ, ਨਿਜ ਪਗ ਪੰਕਜ ਲਿਹੋ ਮਿਲਾਏ। ਭਾਈ ਸੱਤੇ ਤੇ ਭਾਈ ਬਲਵੰਡੇ ਨੂੰ ਆਪਣੇ ਚਰਨਾਂ ਦੇ ਨਾਲ ਮਿਲਾ ਲਓ। ਕੀ ਕਰੋ, ਚਰਨਾਂ ਨਾਲ ਮਿਲਾ ਲਓ, ਆਪਣੇ ਚਰਨਾਂ 'ਚ ਰੱਖ ਲਓ। ਸ਼੍ਰੀ ਅਰਜਨ ਸਭ ਸਭਾ ਸਹਿਤ ਤਬ, ਉਪਕਾਰੀ ਵੱਡ ਲਖਿਓ ਸੁਭਾਏ। ਮਹਾਰਾਜ ਸਾਰੀ ਸਭਾ ਵਿੱਚ ਭਾਈ ਲੱਦਾ ਜੀ ਨੂੰ ਬਚਨ ਕਰਨ ਲੱਗੇ ਆ, ਉਹਨਾਂ ਦਾ ਉਪਕਾਰੀ ਸੁਭਾਅ ਵੇਖ ਕੇ ਜੀ। ਹਾਂਜੀ। ਇਤੋ ਖੇਦ ਕਯੋ ਪ੍ਰਾਪਤ ਹੋਵਾ, ਜੇ ਹਮਕੋ ਤੂੰ ਕਹਿਤ ਬਨਾਏ। ਬਖਸ਼ ਦੇਤ ਤੁਮ ਬਾਕਨ ਤੇ ਹਮ, ਬਿਨ ਅਹੰਕਾਰ ਪਏ ਲਖ ਪਾਏ। ਸੱਚੇ ਪਾਤਸ਼ਾਹ ਕਹਿਣ ਲੱਗੇ ਭਾਈ ਲੱਦਾ ਇੰਨਾ ਕਿਉਂ ਕਸ਼ਟ ਕੀਤਾ, ਗਧੇ ਤੇ ਚੜੇ, ਮੁਖ ਕਾਲਾ ਕੀਤਾ, ਢੋਲੀ ਨਾਲ ਲਿਆ, ਤੁਸੀਂ ਵੈਸੇ ਕਹਿ ਦਿੰਦੇ ਤਾਂ ਅਸੀਂ ਬਖਸ਼ ਦੇਣਾ ਸੀ। ਕਹਿਣ ਲੱਗੇ ਇਹਨਾਂ ਨੂੰ ਸਭ ਨੂੰ ਪਤਾ ਹੈ ਤੁਸੀਂ ਪਰਉਪਕਾਰੀ ਹੋ। ਕਹਿਣ ਲੱਗੇ ਤੁਸੀਂ ਵੈਸੇ ਹੀ ਕਹਿ ਦਿੰਦੇ ਨਾ, ਅਸੀਂ ਇਹਨਾਂ ਨੂੰ ਬਖਸ਼ ਦੇਣਾ ਸੀ। ਮਹਾਰਾਜ ਕਹਿਣ ਲੱਗੇ ਹਾਂਜੀ। ਵਿਦਿਆ ਮਦ ਤੇ ਮੂਰਖ ਅੰਧੇ, ਉਚਿਤ ਸਜਾਏ ਦੁਹਨ ਕੋ ਚੀਨ। ਮਹਾਰਾਜ ਕਹਿਣ ਲੱਗੇ ਕੀ ਕਰੀਏ, ਵਿਦਿਆ ਦੇ ਮਾਣ 'ਚ ਅੰਨੇ ਹੋ ਗਏ ਸਨ ਦੋਵੇਂ, ਸਜਾ ਦੇਣੀ ਵੀ ਚਾਹੀਦੀ ਸੀਗੀ। ਹਾਂਜੀ। ਕਰੇ ਨਿਕਾਸਨ ਗਰਭ ਹਰਨ ਕੋ, ਅਬ ਤੈ ਤਿਨ ਕੀ ਰਛਿਆ ਕੀ। ਅਸੀਂ ਤੇ ਕੱਢ ਦਿੱਤਾ ਸੀ, ਪਰ ਭਾਈ ਲੱਦੇ ਤੂੰ ਇਹਨਾਂ ਦੀ ਰਾਖੀ ਕਰ ਲਈ। ਇੱਥੋਂ ਹੀ ਪਤਾ ਲੱਗਦਾ, ਇੰਨੀ ਗੱਲ ਤੋਂ ਹੀ ਵੀ ਮਹਾਰਾਜ ਦਾ ਬਖਸ਼ਣ ਦਾ ਇਰਾਦਾ ਬਣ ਗਿਆ ਇਹਨਾਂ ਨੂੰ ਜੀ। ਹਾਂਜੀ। ਲੇਹੋ ਬੁਲਾਏ ਉਬਾਰੋ ਦੁਖ ਤੇਜੇ, ਅਹੰਕਾਰ ਪਇਓ ਉਰਹੀਨ। ਮਹਾਰਾਜ ਕਹਿਣ ਲੱਗੇ ਫਿਰ ਜੇ ਉਹਨਾਂ ਦੇ ਮਨ ਦਾ ਹੰਕਾਰ ਦੂਰ ਹੋ ਗਿਆ ਤੇ ਭਾਈ ਲੱਦੇ ਸੱਦ ਫਿਰ ਉਹਨਾਂ ਨੂੰ ਸਾਡੀ ਹਜ਼ੂਰੀ ਵਿੱਚ ਜੀ। ਆਖੋ ਧੰਨ ਭਾਈ ਲੱਦਾ ਜੀ। ਧੰਨ ਭਾਈ ਲੱਦਾ। ਕਿੱਥੇ ਕੋਈ ਸਿੱਖ ਮੂੰਹ ਨਹੀਂ ਸੀ ਲਾ ਸਕਦਾ ਉਹਨਾਂ ਨੂੰ ਜੀ। ਮਹਾਰਾਜ ਕਹਿਣ ਲੱਗੇ ਫਿਰ ਸੱਦ ਉਹਨਾਂ ਨੂੰ। ਹਾਂਜੀ। ਲੋਹ ਪਾਏ ਕਰ ਤਪਤ ਅਗਨ ਕੀ, ਮ੍ਰਿਦਤਾ ਕਹੇ ਸੋ ਲਖੋ ਪਰਬੀਨ। ਮਹਾਰਾਜ ਕਹਿਣ ਲੱਗੇ ਲੋਹਾ ਅੱਗ ਦੀ ਤਪਸ਼ ਨੂੰ ਪਾ ਕੇ ਨਰਮ ਹੋ ਜਾਂਦਾ ਹੈ। ਨਰਮ ਹੋ, ਜਿਹੜਾ ਲੋਹਾ ਸਖਤ ਹੁੰਦਾ ਟੁੱਟਦਾ ਨਹੀਂ, ਕੱਟਿਆ ਨਹੀਂ ਜਾਂਦਾ, ਅੱਗ ਵਿੱਚੋਂ ਵੀ ਪਿਘਲ ਜਾਂਦਾ। ਕਹਿਣ ਲੱਗੇ ਹਾਂਜੀ ਇਹਨਾਂ ਬਾਰੇ ਵੀ ਇੰਝ ਹੀ ਸਮਝੋ। ਕਹਿਣ ਲੱਗੇ ਹਾਂਜੀ। ਤਬ ਲੱਦੇ ਹਰ ਖਤ ਨਰ ਭੇਜਿਓ, ਸ਼੍ਰੀ ਸਤਿਗੁਰ ਟਿਗ ਲਏ ਬੁਲਾਏ। ਭਾਈ ਲੱਦਾ ਜੀ ਖੁਸ਼ ਹੋ ਗਏ, ਮੇਰੀ ਬੇਨਤੀ ਮਹਾਰਾਜ ਨੇ ਪ੍ਰਵਾਨ ਕਰ ਲਈ ਹੈ। ਇੱਕ ਸਿੱਖ ਭੇਜਿਆ, ਭੱਜਾ ਹੀ ਗਿਆ, ਸੱਤੇ ਤੇ ਬਲਵੰਡੇ ਨੂੰ ਲੈ ਕੇ ਆਏ ਜਿਨ੍ਹਾਂ ਦੇ ਸਰੀਰ ਤੇ ਕੋੜ ਹੋਇਆ ਸੀਗਾ ਜੀ।
ਹਾਂਜੀ। ਗੁਰ ਅੰਚਰ ਕਰ ਜੋਨ ਦੀਨ ਕਹੈ, ਸ਼ਰਨ ਸ਼ਰਨ ਰਾਖੋ ਸੁਖਦਾਏ। ਦੋਵਾਂ ਨੇ ਹੱਥ ਜੋੜੇ ਰੋ ਰਹੇ ਐ, ਕਹਿੰਦੇ ਮਹਾਰਾਜ ਬਖਸ਼ ਲਓ ਮਹਾਰਾਜ, ਤੁਹਾਡੀ ਸ਼ਰਨ ਵਿੱਚ ਹਾਂ। ਹਾਂਜੀ। ਪਰੇ ਅਘਾਰੀ ਗਹਿ ਪਗ ਪੰਕਜ, ਤ੍ਰਿਗ ਤੇ ਨਿਰਕਤ ਜਲ ਕਿਗ ਆਏ। ਕਿਗਿਆ ਕੇ ਤਰਲੇ ਲੈ ਲੈ ਕੇ ਬੇਨਤੀ ਕਰ ਰਹੇ, ਰੋ ਰੋ ਕੇ ਬੇਨਤੀ ਕਰ ਰਹੇ ਨੇ। ਹਾਂਜੀ। ਸ਼ਿਮੋ ਸ਼ਿਮੋ ਪ੍ਰਭ ਹਮੋ ਆਪ ਕਬ, ਕਰੀ ਉਚਿਤ ਇਹ ਦਈ ਸਜਾਏ। ਮਹਾਰਾਜ ਬੜੀ ਸਜ਼ਾ ਭੋਗ ਲਈ, ਅੱਜ ਤੋਂ ਬਾਅਦ ਅਸੀਂ ਨਹੀਂ ਹੰਕਾਰ ਕਰਦੇ। ਹਾਂਜੀ। ਸ਼੍ਰੀ ਅਰਜਨ ਤਬ ਕਯੋ ਤਿਨੋ ਕਹੋ, ਸਿੱਖ ਲੱਦੇ ਕੋ ਭਾ ਉਪਕਾਰ। ਆਖੋ ਵਾਹਿਗੁਰੂ ਵਾਹਿਗੁਰੂ। ਮਹਾਰਾਜ ਕਹਿਣ ਲੱਗੇ, ਸੱਤਾ ਤੇ ਬਲਵੰਡਾ ਭਾਈ ਲੱਦੇ ਨੂੰ ਨਾ ਕਦੀ ਭੁੱਲਿਓ। ਕਹਿਣ ਲੱਗੇ ਭਾਈ ਲੱਦੇ ਦਾ ਪਰਉਪਕਾਰ ਚ ਕਹਿਣ ਲੱਗੇ। ਹਾਂਜੀ। ਇਸਕੇ ਕਹੇ ਬਖਸ਼ ਤੁਮ ਦੀਨੇ, ਬਹੁਰ ਵਿਕਾਰ ਨ ਕਰੋ ਅਹੰਕਾਰ। ਭਾਈ ਲੱਦਾ ਜੀ ਦੇ ਕਹਿਣ ਤੇ ਜਾਓ, ਤੁਹਾਨੂੰ ਬਖਸ਼ ਰਹੇ ਆ। ਕਹਿਣ ਲੱਗੇ ਮੁੜ ਨਾ ਹੰਕਾਰ ਕਰਿਓ। ਕਹਿਣ ਲੱਗੇ ਅਦਕ ਹੋਤੇ ਅਪਰਾਧੀ ਦੋਨੋਂ, ਸ਼੍ਰੀ ਨਾਨਕ ਗੁਰ ਨਿੰਦਕ ਉਚਾਰ। ਕਿਉਂ? ਸ਼੍ਰੀ ਨਾਨਕ ਗੁਰ ਨਿੰਦ ਉਚਾਰ। ਤੁਸੀਂ ਬੜੇ ਵੱਡੇ ਅਪਰਾਧੀ ਹੋ। ਕਿਉਂ? ਤੁਸੀਂ ਮੇਰੇ ਸੱਚੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕੀਤੀ। ਕਹਿਣ ਲੱਗੇ। ਹਾਂਜੀ। ਤਉ ਸਿਮਾ ਇਸਨੇ ਕਰਵਾਈ, ਨਤ ਦੋਹ ਲੋਕਨ ਕਸ਼ਟ ਹਜ਼ਾਰ। ਤੁਹਾਨੂੰ ਦੋਵਾਂ ਲੋਕਾਂ 'ਚ ਹਜ਼ਾਰਾਂ ਕਸ਼ਟ ਮਿਲਨੇ ਸਨ, ਪਰ ਫਿਰ ਵੀ ਤੁਹਾਨੂੰ ਨਿੰਦਕਾਂ ਨੂੰ ਭਾਈ ਲੱਦੇ ਨੇ ਬਖਸ਼ਾ ਲਿਆ। ਹੁਣ ਤੁਸੀਂ ਸੁਖਮਨੀ ਸਾਹਿਬ ਤੇ ਪੜ੍ਹਦੇ ਹੀ ਹੋ। ਮਹਾਰਾਜ ਨੇ ਸਾਰੀ ਗੱਲ ਨਿੰਦਕਾਂ ਦੀ ਲਿਖ ਕੇ ਪਤਾ ਕੀ ਕਿਹਾ? ਨਾਨਕ ਸੰਤ ਭਾਵੈ ਤਾਂ ਉਸਕਾ ਵੀ ਹੋਏ ਉਧਾਰ। ਉਸਕਾ ਦਾ ਅਰਥ ਨਿੰਦਕ ਹੈਗਾ ਹੈ ਜੀ। ਅੱਤ ਦੀ ਨਿੰਦਿਆ ਕਰਨ ਵਾਲੇ ਨੂੰ ਸੰਤ ਚਾਵੇ, ਉਹਦਾ ਵੀ ਸੰਗਤ ਜੀ ਉਧਾਰ ਹੋ ਜਾਂਦਾ ਹੈ। ਹਾਂਜੀ। ਪੁਨ ਲੱਦੇ ਬਹੁ ਬਿਨਤੀ ਕੀਨਸ, ਤਨ ਅਰੋਗ ਇਨਕੇ ਕਰ ਦੇ ਹੋ। ਹੁਣ ਭਾਈ ਲੱਦਾ ਜੀ ਫਿਰ ਪਰਉਪਕਾਰ ਦਾ ਰੂਪ ਨੇ ਨਾ। ਭਾਈ ਲੱਦਾ ਜੀ ਕਹਿਣ ਲੱਗੇ, ਮਹਾਰਾਜ ਕਿਰਪਾ ਕਰੋ। ਮਹਾਰਾਜ ਕੋੜ ਦੇ ਨਾਲ ਦੁਖੀ ਨੇ, ਮਿਹਰ ਦੀ ਦ੍ਰਿਸ਼ਟੀ ਕਰਕੇ ਕੋੜ ਵੀ ਠੀਕ ਕਰ ਦਿਓ। ਹਾਂਜੀ। ਗਾਵਨ ਉਚਿਤ ਸਭਾ ਮੈਂ ਤਬ ਹੋਏ, ਪੂਰਬ ਸੰਸਰ ਜਬੇ ਬਨੇ ਹੋ। ਕਮਾਲ ਦੀ ਗੱਲ ਇਹ ਹੈ, ਸਾਰਾ ਕੁਝ ਹੀ ਬਖਸ਼ ਰਹੇ ਜੀ, ਬਖਸ਼ਾ ਰਹੇ ਜੀ। ਮਹਾਰਾਜ ਹੁਣ ਇਹ ਵੀ ਕਿਰਪਾ ਕਰ ਦਿਓ, ਇਹਨਾਂ ਨੂੰ ਠੀਕ ਕਰ ਦਿਓ, ਇਹ ਸੰਗਤ ਵਿੱਚ ਬੈਠ ਕੇ ਕੀਰਤਨ ਕਰਿਆ ਕਰਨ ਮਹਾਰਾਜ। ਹਾਂਜੀ। ਸ਼੍ਰੀ ਅਰਜਨ ਪਾਖਿਓ ਇਨ ਦੋਇਨ, ਗੁਰ ਨਿੰਦਾ ਕੀਏ ਭਾ ਦੁਖ ਦੇ ਹੋ। ਮਹਾਰਾਜ ਕਹਿਣ ਲੱਗੇ, ਫਿਰ ਸੁਣੋ, ਇਹਨਾਂ ਦੋਵਾਂ ਨੇ ਗੁਰੂ ਦੀ ਨਿੰਦਿਆ ਕਰਕੇ ਵੱਡਾ ਭਾਰ ਆਪਣੇ ਸਿਰ ਤੇ ਚੁੱਕਿਆ। ਕਹਿਣ ਲੱਗੇ ਅਣਹੋਂਦ ਦਾ ਭਾਰ ਨਿੰਦਕ ਉਠਾਏ। ਮਹਾਰਾਜ ਬਾਣੀ 'ਚ ਲਿਖਦੇ ਜੀ। ਹਾਂਜੀ। ਸੋ ਅਪਰਾਧ ਨਿਵਾਰਨ ਹੋਏ ਜਬ, ਮਿਟੇ ਰੋਗ ਤਬ ਨਿਰਸੰਦੇਹੋ। ਸੱਚੇ ਪਾਤਸ਼ਾਹ ਕਹਿਣ ਲੱਗੇ, ਉਹ ਨਿੰਦਿਆ ਦਾ ਪਾਪ ਵੀ ਮਿਟ ਸਕਦਾ ਹੈ, ਰੋਗ ਵੀ ਮਿਟ ਸਕਦਾ ਹੈ। ਉਹਦੇ ਲਈ ਇੱਕ ਕੰਮ ਕਰਨਾ ਹੋਏਗਾ। ਮਹਾਰਾਜ ਕਿਹੜਾ ਕੰਮ ਹੈ? ਹਾਂਜੀ। ਜਿਸ ਮੁਖ ਦੇ ਨਿੰਦਾ ਇਨ ਭਾਖੀ, ਤਿਸ ਤੇ ਗੁਰ ਜਸ ਕਰੇ ਬਖਾਨ। ਮਹਾਰਾਜ ਕਹਿਣ ਲੱਗੇ, ਜਿਸ ਮੁਖ ਤੋਂ ਇਹਨਾਂ ਨੇ ਗੁਰੂ ਨਾਨਕ ਸਾਹਿਬ ਜੀ ਦੀ ਨਿੰਦਿਆ ਕੀਤੀ ਹੈ, ਉਸੇ ਮੁਖ ਤੋਂ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕਰਨ। ਕਹਿਣ ਲੱਗੇ ਫਿਰ ਸਿਫਤ ਜਿਹੜੀ ਉਹ ਨਿੰਦਿਆ ਨੂੰ ਕੱਟ ਦਿੰਦੀ ਹੈ। ਸਾਧ ਸੰਗਤ ਦੀ ਸਿਫਤ ਵਿੱਚ ਬੜਾ ਵੱਡਾ ਬਲ ਹੈ ਜੀ, ਵਡਿਆਈ ਵਿੱਚ ਬੜਾ ਵੱਡਾ ਬਲ ਹੈ ਜੀ। ਗੁਰ ਸਿੱਖਾਂ ਕੈ ਮਨ ਭਾਵੰਦੀ, ਗੁਰ ਸਤਿਗੁਰ ਕੀ ਵਡਿਆਈ। ਹਾਂਜੀ। ਇਹ ਉਪਚਾਰ ਰੋਗ ਤਨ ਬਿਨਸੈ, ਹੋਏ ਸਰੀਰ ਸੋ ਪ੍ਰਥਮ ਸਮਾਨ। ਇਹੋ ਹੀ ਉਪਚਾਰ ਹੈ, ਰੋਗ ਵੀ ਦੂਰ ਹੋ ਜਾਏਗਾ, ਸਰੀਰ ਵੀ ਪਹਿਲਾਂ ਵਰਗਾ ਹੋ ਜਾਏਗਾ। ਹਾਂਜੀ। ਤਬ ਲੱਦੇ ਦੋਨੋਂ ਸਖ ਭਾਖਿਓ, ਅਬ ਦੁਖ ਭੰਜਨ ਕਰੋ ਇਸ਼ਨਾਨ। ਆਖੋ ਵਾਹਿਗੁਰੂ। ਵਾਹਿਗੁਰੂ। ਭਾਈ ਲੱਦਾ ਜੀ ਫਿਰ ਬੜੀ ਜੁਗਤੀ ਵਾਲੇ ਆ ਨਾ। ਭਾਈ ਲੱਦਾ ਜੀ ਦੋਵਾਂ ਨੂੰ ਕਹਿਣ ਲੱਗੇ, ਚਲੋ ਭਾਈ ਦੁੱਖ ਭੰਜਨੀ ਬੇਰੀ ਹੇਠਾਂ ਜਾ ਕੇ ਇਸ਼ਨਾਨ ਕਰੋ। ਕਹਿਣ ਲੱਗੇ। ਹਾਂਜੀ। ਬ੍ਰਹਮ ਰੂਪ ਸ਼੍ਰੀ ਨਾਨਕ ਬਰਨ ਹੋ, ਗੁਰ ਬਨ ਧਾਰਿਓ ਜਿਨੋ ਜਹਾਨ। ਧੰਨ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕਰੋ, ਜਿਹੜੇ ਆਪ ਰੱਬ ਨੇ ਤੇ ਗੁਰੂ ਬਣ ਕੇ ਦੁਨੀਆ ਨੂੰ ਧਾਰਿਆ ਜਿਨ੍ਹਾਂ ਨੇ। ਸਿਫਤ ਕਰੋ ਸੱਚੇ ਪਾਤਸ਼ਾਹ ਜੀ ਦੀ।
ਹਾਂਜੀ। ਪਿੰਨ ਪਿੰਨ ਪੁਨ ਪੰਚੋ ਗੁਰ ਕੀ, ਨਿਜ ਬਾਣੀ ਤੇ ਕੀਰਤ ਗਾਓ। ਹਾਂਜੀ। ਹੋਏ ਨਿਕਸ਼ਕਪ ਗਰਭ ਕੋ ਪਰ ਹਰ, ਸਤ ਸੰਗਤ ਮਹਿ ਬਹੁਰ ਸਮਾਓ। ਭਾਈ ਨਿਸ਼ਕਪ ਢੋ ਕੇ ਬਾਣੀ ਉਚਾਰੋ, ਗੁਰੂ ਦੀ ਸਿਫਤ ਕਰੋ ਕਹਿਣ ਲੱਗੇ। ਹਾਂਜੀ। ਸੁਨ ਹਰ ਕੇ ਜਨ ਅੰਮ੍ਰਿਤ ਬਰਖੇ, ਦੁਖ ਦਾਰਦ ਉਰ ਸਰਬ ਬਿਲਾਓ। ਸੁਣ ਕੇ ਖੁਸ਼ ਹੋ ਗਏ ਐ, ਇੰਨੇ ਖੁਸ਼ ਹੋਏ ਐ ਜਿਵੇਂ ਮਰਦੇ ਦੇ ਮੂੰਹ 'ਚ ਅੰਮ੍ਰਿਤ ਪੈ ਜਾਂਦਾ ਹੈ ਜੀ। ਹਾਂਜੀ। ਸ਼੍ਰੀ ਦੁਖ ਭੰਜਨ ਮੱਜਨ ਕੀਨੋ, ਦੁਖ ਭੰਜਨੀ ਬੇਰੀ ਹੇਠਾਂ ਫਿਰ ਇਹਨਾਂ ਨੇ ਇਸ਼ਨਾਨ ਕੀਤਾ ਦੋਵਾਂ ਨੇ। ਹਾਂਜੀ। ਸਿਮਰ ਨਾਮ ਸ਼੍ਰੀ ਗੁਰ ਕਰ ਭਾਓ। ਮਹਾਰਾਜ ਗੁਰੂ ਨਾਨਕ ਸਾਹਿਬ ਜੀ ਨੂੰ ਯਾਦ ਕੀਤਾ, ਭਾਵਨਾ ਦੇ ਨਾਲ ਅਰਦਾਸ ਕੀਤੀ, ਕਦੀ ਮਹਾਰਾਜ ਤੁਹਾਡੀ ਨਿੰਦਿਆ ਨਹੀਂ ਕਰਦੇ। ਹਾਂਜੀ। ਸ਼੍ਰੀ ਅਰਜਨ ਕੇ ਪੁਨ ਹੋਏ ਸਨਮੁਖ, ਮਹਾਰਾਜ ਗੁਰੂ ਅਰਜਨ ਦੇਵ ਜੀ ਦੇ ਸਾਹਮਣੇ ਆ ਕੇ ਬੈਠ ਗਏ ਜੀ। ਹਾਂਜੀ। ਠਾਂਡੇ ਭਏ ਸੁਦਰਪ ਨਿਕੰਦ, ਤੇ ਖਲੋ ਗਏ, ਵਾਹਿਗੁਰੂ ਸਾਹਮਣੇ ਖਲੋ ਗਏ ਹੈ ਤੇ ਸਾਧ ਸੰਗਤ ਜੀ ਬੇਨਤੀ ਕਰਨ ਲੱਗੇ ਹੰਕਾਰ ਦੂਰ ਕਰਕੇ ਜੀ। ਹਾਂਜੀ। ਰੁਚਨ ਰਾਗਨੀ ਰਾਮ ਕਲੀ ਵਿੱਚ, ਕਰੀ ਵਾਰ ਉਰ ਧਾਰ ਆਨੰਦ। ਰਾਮ ਕਲੀ ਰਾਗਣੀ ਹੈ, ਰਾਗ ਨਹੀਂ ਹੈ। ਆਖੋ ਵਾਹਿਗੁਰੂ। ਵਾਹਿਗੁਰੂ। ਰੁਚਰ ਰਾਗਣੀ ਰਾਮ ਕਲੀ ਵਿੱਚ, ਕਰੀ ਵਾਰ ਉਰ ਧਾਰ ਆਨੰਦ। ਬੜੇ ਆਨੰਦ ਵਿੱਚ ਆ ਕੇ ਰਾਮ ਕਲੀ ਰਾਗਣੀ ਦੇ ਵਿੱਚ ਵਾਰ ਉਚਾਰਨ ਕੀਤੀ ਜੀ। ਹਾਂਜੀ। ਪੌੜੀ ਚਾਰ ਮਝਾਰ ਕਹਿਓ ਸ਼ੁਭ, ਸ਼੍ਰੀ ਨਾਨਕ ਕੋ ਸੁਜਿਸ ਬਿਲੰਦ। ਮਹਾਰਾਜ ਦਾ ਬੜਾ ਸਿਫਤ ਕੀਤੀ ਜੀ ਗੁਰੂ ਨਾਨਕ ਸਾਹਿਬ ਜੀ ਦੀ 4 ਪੌੜੀਆਂ ਵਿੱਚ। ਹਾਂਜੀ। ਹੋਤੀ ਜਥਾ ਮਤ ਤਥਾ ਕਥਿਓ, ਤਬ ਹੋਤ ਨਿਕ੍ਰਿਤਾਰਥ ਸਵਾਰਥ ਬੰਦ। ਜਿੰਨੀ ਕੁ ਇਹਨਾਂ ਦੀ ਸਮਰੱਥਾ ਸੀਗੀ ਉਸ ਹਿਸਾਬ ਨਾਲ ਇਹਨਾਂ ਨੇ ਫਿਰ ਗੁਰੂ ਨਾਨਕ ਸਾਹਿਬ ਜੀ ਦੀ ਸਿਫਤ ਕੀਤੀ ਜੀ। ਕੀ ਲਿਖਦੇ ਗੁਰੂ ਅਰਜਨ ਸਾਹਿਬ ਜੀ ਦੇ ਸਾਹਮਣੇ ਹੋ ਗਏ ਜੀ, ਉਚਾਰਦੇ ਆ ਉਹ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਹੈ। ਸਮਾਂ ਹੋ ਗਿਆ ਸੰਪੂਰਨਤਾ ਦਾ, 2-3 ਮਿੰਟਾਂ ਵਿੱਚ ਮੈਂ ਤੇਜ਼ੀ ਦੇ ਨਾਲ ਤੁਹਾਨੂੰ ਉਹ ਵਾਰ ਦਾ ਪਾਠ ਸੁਣਾ ਦਿਆਂ, ਤੁਹਾਨੂੰ ਪਤਾ ਲੱਗ ਜਾਏਗਾ। ਗੱਜ ਕੇ ਆਖੋ ਵਾਹਿਗੁਰੂ। ਸੱਤੇ ਤੇ ਬਲਵੰਡੇ ਨੇ ਫਿਰ ਵਾਰ ਉਚਾਰਨ ਕੀਤੀ ਜੀ। ਰਾਮ ਕਲੀ ਕੀ ਵਾਰ ਰਾਏ ਬਲਵੰਡ, ਤਥਾ ਸੱਤੈ ਡੂਮ ਆਖੀ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਨਾਉ ਕਰਤਾ ਕਾ ਦਰ ਕਰੇ, ਕਿਉ ਬੋਲ ਹੋਵੇ ਜੋ ਖੀਵਦੈ। ਦੇ ਗੁਣਾ ਸਤ ਭੈਣ ਭਰਾਵ ਹੈ, ਪਾਰੰਗਤ ਦਾਨ ਪੜੀਵਦੈ। ਨਾਨਕ ਰਾਜ ਚਲਾਇਆ, ਸਚ ਕੋਟ ਸਤਾਣੀ ਨੀਵਦੈ। ਲਹਿਣੇ ਤਰਿਓ ਨਛਤਰ ਸਿਰ, ਕਰ ਸਿਫਤੀ ਅੰਮ੍ਰਿਤ ਪੀਵਦੈ। ਲਹਿਣੇ ਤਰਿਓ ਛੱਤ ਸਿਰ, ਕਰ ਸਿਫਤੀ ਅੰਮ੍ਰਿਤ ਪੀਵਦੈ। ਮਤ ਗੁਰ ਆਤਮ ਦੇਵ ਦੀ, ਖੜਗ ਜੋਰ ਪਰਾਕੂਏ ਜੀਅਦੈ। ਗੁਰ ਚੇਲੇ ਰਹਿ ਰਾਸ ਕੀ, ਨਾਨਕ ਸਲਾਮਤ ਥੀਵਦੈ। ਇਸ ਤਰ੍ਹਾਂ ਕੀਤੀ ਸਹ ਟਿੱਕਾ ਦੀ ਤੋਸ ਜੀਵਦੈ। ਲਹਿਣੇ ਦੀ ਫੇਰਾਈਐ, ਨਾਨਕਾ ਦੋਹੀ ਖੱਟੀਐ। ਜੋਤ ਓਹਾ ਜੁਗਤ ਸਾਏ, ਸਹ ਕਾਇਆ ਫੇਰ ਪਲਟੀਐ। ਝੁੱਲੈ ਸੋ ਛੱਤ ਨਿਰੰਜਨੀ, ਮਲ ਤਖਤ ਬੈਠਾ ਗੁਰ ਹਟੀਐ। ਕਰਹਿ ਜੇ ਗੁਰ ਫੁਰਮਾਇਆ, ਸਿਲ ਜੋਗ ਅਲੂਣੀ ਚੱਟੀਐ। ਲੰਗਰ ਚੱਲੈ ਗੁਰ ਸ਼ਬਦ, ਹਰ ਟੋਟ ਨਾ ਆਵੇ ਖੱਟੀਐ। ਖਰਚੇ ਦਿੱਤ ਖਸਮ ਦੀ, ਆਪ ਖਹਿਦੀ ਖੈਰਤ ਬੱਟੀਐ। ਹੋਵੇ ਸਿਫਤ ਖਸਮ ਦੇ, ਨੂਰ ਅਰਸੋਂ ਕੁਰਸੋਂ ਚੱਟੀਐ। ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੇ। ਸੱਚ ਜੇ ਗੁਰ ਫੁਰਮਾਇਆ, ਕਿਉ ਏਦੂ ਬੋਲਹੁ ਹਟੀਐ। ਪੁੱਤਰੀ ਕੌਲ ਨਾ ਪਾਲਿਓ, ਕਰ ਪੀਰਹੁ ਕੰਨ ਮੁਰਟੀਐ। ਦਿਲ ਖੋਟੇ ਆਕੀ ਫਿਰਨ, ਬਨ ਭਾਰ ਉਚਾਇਨ ਛਟੀਐ। ਜਿਨ ਕੀਤੀ ਜਿਨ ਆਖੀ ਸੋਈ ਕਰੇ, ਜਿਨ ਕੀਤੀ ਤਿਨੈ ਥਟੀਐ। ਕੌਣ ਹਾਰੇ ਕਿਨ ਉਵਟੀਐ। ਜਿਨ ਕੀਤੀ ਸੋ ਮੰਨਣਾ, ਕੋ ਸਾਲ ਜਿਵਾਹੇ ਸਾਲੇ। ਧਰਮ ਰਾਏ ਹੈ ਦੇਵਤਾ, ਲੈ ਗੱਲਾਂ ਕਰੇ ਦਲਾਲੀ।
ਸਤਿਗੁਰ ਆਖੇ ਸੱਚਾ ਕਰੇ, ਸਾ ਬਾਤ ਹੋਵੇ ਦਰਹਾਲੀ। ਗੁਰ ਅੰਗਦ ਦੀ ਦੋਹੀ ਫਿਰੇ, ਸੱਚ ਕਰਤੈ ਬੰਦ ਬਹਾਲੀ। ਨਾਨਕ ਕਾਇਆ ਪਲਟ ਕਰ, ਮਲ ਤਖਤ ਬੈਠਾ ਸੈ ਡਾਲੇ। ਦਰ ਸੇਵੇ ਉਮਤ ਖੜੀ, ਮਸਕੱਲਾ ਹੋਏ ਜੰਗਾਲੇ। ਦਰ ਦਰਵੇਸ ਖਸਾਮਦਾ, ਨਾਏ ਸੱਚੈ ਬਾਣੀ ਲਾਲੀ। ਬਲਵੰਡ ਖੀਵੀ ਨੇਕ ਧਨ, ਜਿਸ ਬਹੁਤੀ ਸ਼ੌ ਪਤਰਾਲੇ। ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਘਿਆਲੀ। ਗੁਰ ਸਿੱਖਾਂ ਕੇ ਮੁਖ ਉਜਲੇ, ਮਨ ਮੁਖ ਥੀਏ ਪਰਾਲੇ। ਪਏ ਕਬੂਲ ਖਸਮ ਨਾਲ, ਜਾਂ ਘਾਲ ਮਰਦੀ ਘਾਲੀ। ਮਾਤਾ ਖੀਵੀ ਸੋਹ ਸੋਏ, ਜਿਨ ਗੋਏ ਉਠਾਲੀ। ਹੋਰਿਓ ਗੰਗ ਵਿਹਾਈਐ, ਦੁਨਿਆਈ ਆਖੈ ਕਿ ਕਿਉਨ। ਨਾਨਕ ਈਸਰ ਜਗਨਾਥ, ਉੱਚ ਹੱਦੀ ਵੈਣ ਵਿਰ ਕਿਉਨ। ਮਾਧਾਣਾ ਪਰਬਤ ਕਰ ਨੇਤਰ, ਬਾਸਕ ਸ਼ਬਦ ਰਿੜ ਕਿਉਨ। ਕੁਦਰਤ ਇਹ ਵਿਖਾਲੀਆਂ, ਜਿਨ ਐਬਟ ਪਿੱਡ ਠਿੜ ਕਿਉਨ। 14 ਰਤਨ ਨਿਕਾਲਿਆਂ, ਜਿਨ ਐਬਟ ਪਿੱਡ ਠਿੜ ਕਿਉਨ। ਲਹਿਣੇ ਤਰਿਉਨ ਛੱਤ ਸਿਰ। ਇਸ ਤਰੀਕੇ ਨਾਲ ਮੈਨੂੰ ਥੋੜੀ ਜਿਹੀ ਵਿਸਰਦੀ ਹੈ, ਗੱਜ ਕੇ ਆਖੋ ਵਾਹਿਗੁਰੂ। ਬੜੀ ਲੰਬੀ ਵਾਰ ਹੈ ਜੀ। ਜਾਂ ਸੁਧੋਸ ਤਾਂ ਲਹਿਣਾ ਟਿਕਿਓਨ। ਜੇ ਚੱਲੀ ਜਾਵੇ ਤੇ ਚੱਲੀ ਜਾਵੇ ਜੀ, ਜੇ ਬ੍ਰੇਕ ਲੱਗ ਜੇ ਤੇ ਲੱਗ ਜੇ। ਫੇਰ ਵਸਾਇਆ ਫੇਰ ਵਾਣ, ਸਤਿਗੁਰ ਖਾਡੂਰ। ਜਪ ਤਪ ਸੰਜਮ ਨਾਲ ਤੁਧ, ਹੋਰ ਮੁੱਚ ਗਰੂਰ। ਲੱਭ ਬਿਨਾ ਹੈ ਮਾਨਸਾ, ਜਿਉ ਪਾਣੀ ਦੂਰ। ਵਰਿਆ ਦਰਗਹ ਗੁਰੂ ਕੇ, ਕੁਦਰਤੀ ਨੂਰ। ਜਿਤ ਸੋ ਹਾਥ ਨ ਲੱਭਈ, ਤੂੰ ਉਹ ਠਰੂਰ। ਨੌ ਨਿਦ ਨਾਮ ਨਿਧਾਨ ਹੈ, ਤੁਧ ਵਿੱਚ ਭਰਪੂਰ। ਨਿੰਦਾ ਤੇਰੀ ਜੋ ਕਰੇ, ਸੋ ਵੰਨੇ ਚੂਰ। ਨੇੜੇ ਦਿਸੈ ਮਾਤ ਲੋਕ, ਤੁਧ ਸੁਝੈ ਦੂਰ। ਫੇਰ ਵਸਾਇਆ ਫੇਰ ਵਾਣ, ਸਤਿਗੁਰ ਖਾਡੂਰ। ਸੋ ਟਿੱਕਾ ਸੋ ਬਹਿਣਾ, ਸੋਈ ਦੀਵਾਨ। ਪਿਓ ਦਾਦੇ ਜੇ ਵੇਹਾ, ਪੋਤਾ ਪਰਵਾਨ। ਜਿਨ ਬਾਸਕ ਨੇਤਰੈ ਘੱਤਿਆ, ਕਰਨੇ ਹੀ ਤਾਣ। ਜਿਨ ਸਮੁੰਦ ਵਿਰੋਲਿਆ, ਕਰ ਮੇਰ ਵਧਾਨ। 14 ਰਤਨ ਨਿਕਾਲਿਆਂ, ਕੀ ਤੋਨ ਚਾਨਾਨ। ਘੋੜਾ ਕੀਤੋ ਸਹਿਜ ਦਾ, ਜਤ ਕੀਓ ਪਲਾਣ। ਧਣਕ ਚੜਾਇਓ ਸਤ ਦਾ, ਜਸ ਹੰਦਾ ਬਾਣ। ਕਲ ਵਿੱਚ ਧੂ ਅੰਧਾਰ, ਸਾ ਚੜਿਆ ਰਹਿ ਭਾਣ। ਸਤਹੁ ਖੇਤ ਜਮਾਇਓ, ਸਤਹੁ ਛਾਵਾਣ। ਨਿਤ ਰਸੋਈ ਤੇਰੀਐ, ਘਿਓ ਮੈਦਾ ਖਾਣ। ਚਾਰੇ ਕੁੰਡਾਂ ਸੁਝਿਓਸ, ਮਨ ਮਹਿ ਸ਼ਬਦ ਪਰਵਾਣ। ਆਵਾ ਗਾਉਣ ਨਿਵਾਰਿਓ, ਕਰ ਨਦਰ ਨੀਸਾਨ। ਅਵਤਰਿਆ ਅਵਤਾਰ ਲੈ, ਸੋ ਪੁਰਖ ਸੁਜਾਨ। ਚਖੜ ਵਾਓ ਨਾ ਡੋਲਈ, ਪਰਬਤ ਮੇਰਾਣ। ਜਾਣੈ ਬਿਰਥਾ ਜੀਅ ਕੀ, ਜਾਣੀ ਹੂੰ ਜਾਣ। ਕਿਆ ਸਾਲਾਹੀ ਸੱਚੇ ਪਾਤਸ਼ਾਹ, ਜਾਂ ਤੂੰ ਸੁਗੜ ਸੁਜਾਨ। ਦਾਨ ਜੇ ਸਤਿਗੁਰ ਭਾਵ ਸੀ, ਸੋ ਸੱਤੇ ਦਾਨ। ਨਾਨਕ ਹੰਦਾ ਛਤਰ ਸਿਰ, ਉਮਤ ਹੈਰਾਨ। ਸੋ ਟਿੱਕਾ ਸੋ ਬਹਿਣਾ, ਸੋਈ ਦੀਵਾਨ। ਪਿਓ ਦਾਦੇ ਜੇ ਵੇਹਾ, ਪੋਤਾ ਪਰਵਾਨ। ਅਗਲੀ ਪੌੜੀ ਤੁਹਾਨੂੰ ਕੰਠ ਹੋਏਗੀ। ਤਨ ਧਨ ਰਾਮਦਾਸ ਗੁਰ, ਤਨ ਧਨ ਰਾਮਦਾਸ ਗੁਰ। ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ। ਤਨ ਧਨ ਰਾਮਦਾਸ ਗੁਰ, ਤਨ ਧਨ ਰਾਮਦਾਸ ਗੁਰ। ਗੁਰੂ ਅਰਜਨ ਸਾਹਿਬ ਬੈਠੇ ਨੇ, ਉਹਨਾਂ ਦੇ ਤਨ ਤੇ ਕੋੜ ਹੋਇਆ ਜੀ ਦੋਵਾਂ ਦੇ।
ਸਾਰੀ ਸੰਗਤ ਚੋਂ ਬੋਲ ਬੋਲ ਕੇ ਦੱਸਣ ਲੱਗੇ, ਧੰਨ ਧੰਨ ਰਾਮਦਾਸ ਗੁਰ, ਧੰਨ ਧੰਨ ਰਾਮਦਾਸ। ਜਿਨ ਸਿਰਿਆ ਤਿਨੈ ਸਵਾਰਿਆ, ਜਿਨ ਸਿਰਿਆ ਤਿਨੈ ਸਵਾਰਿਆ, ਧੰਨ ਧੰਨ ਰਾਮਦਾਸ ਗੁਰ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ, ਪੂਰੀ ਹੋਈ ਕਰਾਮਾਤ, ਆਪ ਸਿਰਜਣਹਾਰੈ ਧਾਰਿਆ। ਸਿੱਖੀ ਅਤੇ ਸੰਗਤੀ, ਪਾਰ ਬ੍ਰਹਮ ਕਰ ਨਮਸਕਾਰਿਆ, ਅਟਲ ਅਥਾਹੋ ਅਤੋਲ ਤੂੰ, ਤੇਰਾ ਅੰਤ ਨ ਪਾਰਾ ਵਾਰਿਆ। ਜਿਨੀ ਤੂੰ ਸੇਵਿਆ ਭਾਉ ਕਰ, ਸੇ ਤੁਧ ਪਾਰ ਉਤਾਰਿਆ। ਲਭ ਲੋਭ ਕਾਮ ਕ੍ਰੋਧ ਮੋਹ, ਮਾਰ ਕੱਢੇ ਤੁਧ ਸਭ ਪਰਵਾਰਿਆ। ਧਨ ਸੋ ਤੇਰਾ ਥਾਨ ਹੈ, ਸੱਚ ਤੇਰਾ ਪੈ ਸਕਾਰਿਆ। ਨਾਨਕ ਤੂੰ ਲਹਿਣਾ ਤੂੰ ਹੈ, ਗੁਰ ਅਮਰ ਤੂੰ ਵਿਚਾਰਿਆ। ਗੁਰ ਡਿਠਾ ਤਾਂ ਮਨ ਸਾਧਾਰਿਆ। ਸਤਿ ਅੰਤਮ ਪੌੜੀ ਉਹਨਾਂ ਉਚਾਰੀ ਗੁਰੂ ਅਰਜਨ ਦੇਵ ਜੀ ਦੀ ਸਿਫਤ ਵਿੱਚ। ਚਾਰੇ ਜਾਗੇ ਚੌਹ ਜੁਗੀ, ਪੰਚਾਇਣ ਆਪੇ ਹੋਆ। ਆਪਿਨ ਆਪ ਸਾਜਿਓ, ਆਪੇ ਹੀ ਥੰਮ ਖਲੋਆ। ਆਪੇ ਪੱਟੀ ਕਲਮ ਆਪ, ਆਪ ਲਿਖਣ ਹਾਰਾ ਹੋਆ। ਸਭ ਉਮਤ ਆਵਣ ਜਾਵਣੀ, ਆਪੇ ਹੀ ਨਵਾਂ ਨਰੋਆ। ਤਖਤ ਬੈਠਾ ਅਰਜਨ ਗੁਰੂ, ਸਤਿਗੁਰ ਕਾ ਖਿਵੈ ਚੰਦੋਆ। ਉਗਵਣ ਹੋ ਤੈ ਆਥਵਣ ਹੋ, ਚਹੁ ਚੱਕੀ ਕੀਨ ਲੋਆ। ਜਿਨੀ ਗੁਰੂ ਨਾ ਸੇਵਿਓ, ਮਨ ਮੁਖਾਂ ਭਇਆ ਮੋਆ। ਦੂਣੀ ਚੌਣੀ ਕਰਾਮਾਤ, ਆਪ ਸਿਰਜਣਹਾਰਾ ਹੋਆ। ਦੂਣੀ ਚੌਣੀ ਕਰਾਮਾਤ, ਸੱਚੇ ਦਾ ਸੱਚਾ ਢੋਆ। ਚਾਰੇ ਜਾਗੇ ਚੌਹ ਜੁਗੀ, ਪੰਚਾਇਣ ਆਪੇ ਹੋਆ। ਇਸ ਤਰੀਕੇ ਨਾਲ ਇਹ ਵਾਰ ਉਚਾਰੀ ਦੀ ਵਿੱਚ ਵਿੱਚ, ਕਿਉਂਕਿ ਜ਼ਿਆਦਾ ਸਮਾਂ ਹੋ ਜਾਂਦਾ ਪੜ੍ਹਿਆ। ਔਰ ਮੈਂ ਤੁਹਾਨੂੰ ਅੱਗੇ ਬੇਨਤੀ ਕੀਤੀ, ਜੇ ਬ੍ਰੇਕ ਲੱਗਦੀ ਤੇ ਲੱਗ ਗਈ, ਜੇ ਤੁਰ ਪਿਆ ਤੇ ਤੁਰ ਪਿਆ। ਇਹ ਵੀ ਮਹਾਰਾਜ ਦੇ ਵੱਸ ਹੈ, ਸੱਚੇ ਪਾਤਸ਼ਾਹ ਜੀ ਦੇ। ਇਹ ਵਾਰ ਉਹਨਾਂ ਨੇ ਉਚਾਰੀ, ਗੁਰੂਆਂ ਦੀ ਸਿਫਤ ਕੀਤੀ। ਕੱਲ ਨੂੰ ਆਪਾਂ ਅਖਰੀ ਅਰਥ ਤੇ ਕਰਨ ਦਾ ਯਤਨ ਕਰਾਂਗੇ। ਬਹੁਤ ਪੰਕਤੀਆਂ ਇਸੇ ਵਾਰ ਵਿੱਚੋਂ ਨੇ ਜਿਹੜੀਆਂ ਸਾਨੂੰ ਯਾਦ ਨੇ। ਹਾਂਜੀ, ਤੁਧ ਡਿਠੇ ਸੱਚੇ ਪਾਤਸ਼ਾਹ, ਮਲ ਜਨਮ ਜਨਮ ਦੀ ਕੱਟੀ ਹੈ। ਇਸੇ ਵਾਰ ਵਿੱਚੋਂ ਲੰਗਰ ਦੌਲਤ ਵੰਡੀਐ, ਰਸ ਅੰਮ੍ਰਿਤ ਖੀਰ ਘਿਆਲੀ, ਇਸੇ ਵਾਰ ਵਿੱਚੋਂ ਫੇਰ ਵਸਾਇਆ ਫੇਰ ਵਾਣ ਸਤਿਗੁਰ ਖਾਡੂਰ। ਜਪ ਤਪ ਸੰਜਮ ਨਾਲ ਤੁਧ ਹੋਰ ਮੁੱਚ ਗਰੂਰ, ਇਸੇ ਵਾਰ ਵਿੱਚ ਹੈ ਜੀ। ਗੁਰੂ ਰਾਮਦਾਸ ਜੀ ਦਾ ਇਹ ਸ਼ਬਦ ਸੱਤੇ ਬਲਵੰਡ ਨੇ ਉਚਾਰਿਆ। ਇਹ ਤੇ ਬੱਚੇ ਬੱਚੇ ਦੀ ਜ਼ੁਬਾਨ ਉੱਤੇ ਹੈਗਾ। ਧੰਨ ਧੰਨ ਰਾਮਦਾਸ ਗੁਰ, ਜਿਨ ਸਿਰਿਆ ਤਿਨੈ ਸਵਾਰਿਆ। ਹੁਣ ਉਹ ਪਹਿਲਾਂ ਕਿੰਨੀ ਨਿੰਦਿਆ ਕੀਤੀ, ਜਿਸ ਮੂੰਹ ਨਾਲ ਨਿੰਦਿਆ ਕੀਤੀ ਉਸੇ ਨਾਲ ਵਡਿਆਈ ਕੀਤੀ ਜੀ। ਫਿਰ ਤੇ ਜਦੋਂ ਵਡਿਆਈ ਕੀਤੀ, ਫਿਰ ਸਾਰੇ ਦੁੱਖ ਕੱਟੇ ਗਏ। ਤੇ ਮੈਂ ਸੁਣਿਆ ਗੁਰਮੁਖਾਂ ਕੋਲੋਂ, ਕਹਿੰਦੇ ਬੱਜਰ ਤੋਂ ਬੱਜਰ ਪਾਪ ਜਿਹੜਾ ਨਾ, ਉਹਦਾ ਕੱਟਿਆ ਜਾਂਦਾ ਜਿਹੜਾ ਇਸ ਵਾਰ ਦਾ ਪਾਠ ਕਰਦਾ ਹੈ। ਸੱਤੇ ਬਲਵੰਡੇ ਨੇ ਜਿੰਨਾ ਵੱਡਾ ਪਾਪ ਕੀਤਾ, ਗੁਰੂ ਸਾਹਿਬ ਨੇ ਫਿਟਕਾਰਤਾ। ਉਹਨਾਂ ਵਾਰ ਉਚਾਰੀ। ਜਿਹੜਾ ਅੱਜ ਵੀ ਇਸ ਵਾਰ ਦਾ ਪਾਠ ਕਰੇ, ਮਹਾਰਾਜ ਨੂੰ ਬਖਸ਼ਦੇ ਨੇ। ਕੰਠ ਕਰਨੀ ਚਾਹੀਦੀ ਹੈ, ਯਾਦ ਕਰਨੀ ਚਾਹੀਦੀ ਹੈ, ਪੜ੍ਹਨੀ ਚਾਹੀਦੀ ਹੈ। ਮਹਾਰਾਜ ਜੀ ਕਿਰਪਾ ਕਰਨ, ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਬਖਸ਼ਿਸ਼ ਕਰਨੀ। ਅੱਗੋਂ ਥੋੜੇ ਥੋੜੇ ਇਹਦੇ ਅਰਥ ਕੱਲ ਨੂੰ ਆਪਾਂ ਸਰਵਣ ਕਰਾਂਗੇ। ਸਮਾਂ ਥੋੜਾ ਜਿਹਾ ਵੱਧ ਲਿਆ, ਮਾਫੀ ਬਖਸ਼ਿਸ਼ ਕਰਨੀ। ਪਿਆਰ ਨਾਲ ਗੱਜ ਕੇ ਫਤਿਹ ਬੁਲਾਓ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸੋ